ਕਹਿੰਦੇ 21ਵੀਂ ਸਦੀ ਦੀਆਂ ਲੜਾਈਆਂ ਰਾਜਸੀ ਚੇਤਨਾ ਦੇ ਨਾਲ ਲੜੀਆਂ ਜਾਣਗੀਆਂ। ਹੁਣ ਰਾਜਸੀ ਚੇਤਨਾ ਦੇ ਵਿਚਕਾਰ ਇਹ ਹੈ ਕਿ ਜਦੋਂ ਕਿਸੇ ਕੁਨਬੇ, ਕਿਸੇ ਸਮਾਜ, ਕਿਸੇ ਕੌਮ ਦੇ ਕੋਲੇ ਰਾਜਸੀ ਚੇਤਨਾ ਪੈਦਾ ਹੋਣ ਲੱਗਦੀ ਹੈ ਤਾਂ ਉਹ ਕਈ ਵਾਰੀ ਹਿੰਸਾ ਦੇ ਰਾਹ ਤੁਰ ਪੈਂਦੀ ਹੈ ਜਾਂ ਤੋਰਤੀ ਜਾਂਦੀ ਹੈ। ਇਹ ਕਿਉਂ ਹੁੰਦਾ ਹੈ? ਇਹ ਸਵਾਲ ਕਿਸਾਨ ਅੰਦੋਲਨ ਦੇ ਵਿੱਚ ਉੱਭਰ ਕੇ ਸਾਹਮਣੇ ਆ ਰਿਹਾ ਹੈ, ਕਿਉਂਕਿ ਅਸੀਂ ਇੱਥੋਂ ਜਦੋਂ ਤੁਰੇ ਹਾਂ ਪੰਜਾਬ ਦੇ ਵਿੱਚੋਂ ਤਾਂ ਸਾਰੇ ਪੰਜਾਬੀ ਤੇ ਕਿਸਾਨ ਤੁਰੇ ਸੀ। ਉੱਥੇ 1.5 ਮਹੀਨਾ ਬੈਠਣ ਤੋਂ ਬਾਅਦ ਫਿਰ ਕਾਮਰੇਡ ਤੇ ਨੌਨ ਕਾਮਰੇਡ ਜਾਂ ਕਾਮਰੇਡ ਵਰਸਸ ਸਿੱਖ ਵੰਡੇ ਗਏ। ਜਦੋਂ ਰੁਲਦੂ ਸਿੰਘ ਅੱਜ ਤੋਂ 1.5 ਮਹੀਨਾ ਜਾਂ 2 ਮਹੀਨੇ ਪਹਿਲਾਂ ਬੋਲਦਾ ਹੁੰਦਾ ਸੀ ਤਾਂ ਉਹ ਪੰਜਾਬ ਦਾ ਪੇਂਡੂ ਜਾਂ ਦੇਸੀ ਜੱਟ ਕਿਹਾ ਜਾਂਦਾ ਸੀਗਾ। ਪੰਜਾਬ ਦਾ ਦੇਸੀ ਪੇਂਡੂ ਖਾਲਸ ਜਿਹੜਾ ਪੇਂਡੂ ਹੈ ਉਹ ਕਿਹਾ ਜਾਂਦਾ ਸੀ ਵੀ ਉਹ ਸਰਕਾਰ ਨੂੰ ਲਲਕਾਰ ਰਿਹਾ। ਜਦੋਂ ਅੱਜ ਰੁਲਦੂ ਸਿੰਘ ਬੋਲਦਾ ਹੈ ਤਾਂ ਉਹਨੂੰ ਕਿਹਾ ਜਾਂਦਾ ਕਿ ਇਹ ਕਾਮਰੇਡ ਬੋਲ ਰਿਹਾ। ਜਦੋਂ ਪਹਿਲਾਂ ਰਾਜੇਵਾਲ ਬਲਵੀਰ ਸਿੰਘ ਰਾਜੇਵਾਲ ਬੋਲਦਾ ਸੀ ਤਾਂ ਉਦੋਂ ਕਿਹਾ ਜਾਂਦਾ ਸੀ ਕਿ ਦੇਖੋ ਇੱਕ ਅੰਮ੍ਰਿਤਧਾਰੀ ਜਿਹੜਾ ਬੰਦਾ ਹੈਗਾ ਉਹਨੇ ਕਿਵੇਂ ਸਰਕਾਰ ਮੂਹਰੇ ਲਾਈ ਹੈ। ਅੱਜ ਰਾਜੇਵਾਲ ਅੰਮ੍ਰਿਤਧਾਰੀ ਵੀ ਕਾਮਰੇਡ ਹੋ ਗਏ। ਸੋ ਇਹ ਕਈ ਤਰ੍ਹਾਂ ਦੇ ਸਵਾਲ ਨੇ। ਇਸ ਸੰਘਰਸ਼ ਨੂੰ ਕਾਮਰੇਡ ਵਰਸਸ ਸਿੱਖ ਵੰਡਣ ਦੇ ਵਿੱਚ ਕਿਹੜੀਆਂ ਸ਼ਕਤੀਆਂ ਲੱਗੀਆਂ ਹੋਈਆਂ, ਇਹਦੇ ਨੁਕਸਾਨ ਕੀ ਹੈ? ਇਸ ਸੰਘਰਸ਼ ਨੂੰ ਜੇ ਸਿੱਖ ਸਟਰਗਲ ਦੇ ਤੌਰ 'ਤੇ ਇੱਕ ਜਿਹੜਾ ਸੈਕਸ਼ਨ ਹੈ ਉਹ ਉਭਾਰਨਾ ਚਾਹੁੰਦਾ ਹੈ, ਇਹਦੇ ਕੀ ਨੁਕਸਾਨ ਨੇ, ਕੀ ਇਹਦੇ ਫਾਇਦੇ ਵੀ ਕੋਈ ਹੋ ਸਕਦੇ ਨੇ? ਇਸੇ 'ਤੇ ਗੱਲਬਾਤ ਕਰਨ ਦੇ ਲਈ ਬੜੇ ਮਸ਼ਹੂਰ ਪੱਤਰਕਾਰ ਜਸਪਾਲ ਸਿੱਧੂ, ਜਿਨ੍ਹਾਂ ਨੇ ਇਸ ਖਾਸ ਸਿੱਖ ਸਟਰਗਲ 'ਤੇ ਤਾਂ ਬਹੁਤ ਸਾਰਾ ਕੰਮ ਕੀਤਾ 1984 ਦੇ ਵਿੱਚ ਇੱਕ ਪੱਤਰਕਾਰ ਦੇ ਤੌਰ 'ਤੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸੋ ਸਾਹਿਬ ਸਵਾਗਤ ਹੈ। ਪਹਿਲਾ ਸਵਾਲ ਇਹੀ ਕਿ ਆਪਾਂ ਇੱਥੋਂ ਪੰਜਾਬੀ ਦੇ ਤੌਰ 'ਤੇ, ਕਿਸਾਨਾਂ ਦੇ ਤੌਰ 'ਤੇ ਸ਼ੁਰੂ ਹੋਏ ਸੀ। ਅਸੀਂ ਇਹ ਵੀ ਕਹਿੰਦੇ ਰਹੇ ਜਦੋਂ ਸਰਕਾਰ ਸਾਡੇ 'ਤੇ ਹਮਲਾ ਕਰਦੀ ਸੀ ਕਿ ਪੰਜਾਬ ਆਇਆ ਇਕੱਲਾ, ਤਾਂ ਅਸੀਂ ਇਹ ਕਹਿੰਦੇ ਸੀ ਨਹੀਂ ਜੀ ਇਹ ਪੂਰੇ ਮੁਲਕ ਦਾ ਸੰਘਰਸ਼ ਹੈ। ਹੁਣ ਅਸੀਂ ਦੇਖ ਰਹੇ ਹਾਂ ਕਿ ਸੋਸ਼ਲ ਮੀਡੀਆ 'ਤੇ ਜਿਹਦੇ ਵਿੱਚ ਕੁਝ ਪ੍ਰੋਮੀਨੈਂਟ ਫੇਸ ਵੀ ਹੈਗੇ ਆ, ਕੁਝ ਮਸ਼ਹੂਰ ਬੰਦੇ ਵੀ ਹੈਗੇ, ਇਹਨੂੰ ਸਿੱਖ ਪੰਜਾਬ ਦਾ ਸੰਘਰਸ਼ ਵੀ ਨਹੀਂ, ਇਹਨੂੰ ਸਿੱਖ ਸੰਘਰਸ਼ ਪਰਟੀਕੂਲਰ ਬਣਾਉਣਾ ਚਾਹੁੰਦੇ। ਉਹ ਕੀ ਇਹਦੇ ਨੁਕਸਾਨ ਹੈ, ਕੀ ਫਾਇਦੇ ਆ, ਸਮਝਾ ਸਕਦੇ? ਪਹਿਲੀ ਗੱਲ ਤਾਂ ਮੈਂ ਇੱਥੋਂ ਹੀ ਸ਼ੁਰੂ ਕਰਨਾ ਚਾਹੂੰ ਵੀ ਇਹ ਸਿੱਖ ਸਟਰਗਲ ਨਹੀਂ ਹੈ। ਸਿੱਖ ਸਟਰਗਲ ਜਿਹੜੀ ਹੁਣ ਤੱਕ ਲੜੀ ਜਾ ਰਹੀ ਹੈ ਉਹ ਸਾਰੀ ਪੋਲੀਟੀਕਲ ਸਟਰਗਲ ਹੈ। ਕਦੇ ਵੀ ਸਿੱਖਾਂ ਨੇ ਪਿਛਲੇ 70 ਸਾਲਾਂ ਦੇ ਵਿੱਚ ਕੋਈ ਵੀ ਆਰਥਿਕ ਮਸਲਾ ਨਹੀਂ ਚੱਕਿਆ। ਜੇ ਚੱਕਿਆ ਸੂਬੇ ਦੇ ਵੱਧ ਅਧਿਕਾਰਾਂ ਦਾ ਉਹ ਵੀ ਪੋਲੀਟੀਕਲ ਮਸਲਾ ਹੈ, ਤੇ ਜੇ ਫਰਜ਼ ਕੀਤਾ ਵੀ ਕੋਈ ਕਹੇ ਖਾਲਿਸਤਾਨ ਮੰਗਣਾ ਉਹ ਵੀ ਪੋਲੀਟੀਕਲ ਮਸਲਾ ਹੈ। ਤੇ ਜਿਹੜਾ ਆਰਥਿਕ ਮਸਲਾ ਹੁੰਦਾ, ਆਰਥਿਕ ਮੰਗਾਂ ਉੱਤੇ ਲੜਨ ਦੀ ਗੱਲ ਹੁੰਦੀ ਆ, ਉਹ ਅਕਾਲੀ ਦਲ ਦੇ ਏਜੰਡੇ ਤੇ ਵੀ ਨਹੀਂ ਸੀ। ਉਹਨਾਂ ਨੇ ਕਿਸਾਨਾਂ ਦੀ ਗੱਲ ਪੋਲੀਟੀਕਲ ਐਂਗਲ ਤੋਂ ਕਰਦੇ ਸੀ, ਕਿਸਾਨੀ ਦੇ ਐਂਗਲ ਤੋਂ ਨਹੀਂ ਸੀ ਕਰਦੇ। ਉਹ ਆਪਦੀ ਪੋਲੀਟਿਕਸ ਦੀ ਕੰਸਟੀਚੁਐਂਸੀ ਨੂੰ ਰੱਖਣ ਲਈ ਉਹ ਅਕਾਲੀ ਦਲ ਉਹਦਾ ਕੋਈ ਕਿਸਾਨ ਵਿੰਗ ਵੀ ਨਹੀਂ ਸੀ ਹੁੰਦਾ। ਜੇ ਹੁੰਦਾ ਸੀ ਤਾਂ ਮੈਂ ਇਨਐਕਟਿਵ ਹੁੰਦੇਗਾ ਸੀ। ਇਸ ਕਰਕੇ ਇਹ ਸਾਰੀ ਗੱਲ ਇਹ ਹੁਣ ਤੱਕ ਜਿਹੜਾ ਸਿੱਖਾਂ ਦੀ ਪ੍ਰਥਾ ਹੈ, ਉਹਨਾਂ ਦੀ ਪ੍ਰੈਕਟਿਸ ਹੈ, ਉਹ ਸਾਰੀ ਪੋਲੀਟੀਕਲ ਹੀ ਹੈ। ਕਿਉਂ? ਅੱਛਾ ਇੱਕ ਉਹਨਾਂ 'ਚ ਦੇਖੋ, ਇੱਕ ਯੁਵਾਲ ਹਰਾਰੀ ਦੀ ਮਸ਼ਹੂਰ ਹਿਸਟੋਰੀਅਨ ਹੈ, ਉਹਨੇ ਕਿਹਾ ਵੀ ਬੰਦਾ ਇੱਕ ਨਾ ਜਿਹੜਾ ਅੱਜ ਦੇ ਯੁੱਗ 'ਚ ਵੀ ਉਹ ਹਮੇਸ਼ਾ ਆਪਦੇ ਨਾਲ ਹਿਸਟਰੀ ਉਹਦੇ ਦਿਮਾਗ 'ਚ ਖੜੀ ਹੁੰਦੀ ਹੈ, ਉਹ ਹਿਸਟਰੀ ਨਾਲ ਲੈ ਕੇ ਤੁਰਦਾ। ਹਿਸਟਰੀ ਦੀਆਂ ਮਿੱਥਾਂ, ਹਿਸਟਰੀ ਦੀਆਂ ਕਹਾਣੀਆਂ। ਬੰਦਾ ਕਦੇ ਵੀ ਤਰਕ 'ਤੇ ਕੰਮ ਨਹੀਂ ਕਰਦਾ। ਜਦੋਂ ਭਾਵਨਾਤਮਕ ਕੋਈ ਛਲ ਹੁੰਦੇ ਆ, ਛਿਣ ਹੁੰਦਾ, ਜਿਹੜਾ ਪਲ ਹੁੰਦਾ, ਉਦੋਂ ਉਹ ਐਕਟ ਕਰਦਾ ਜਿਹੜੀਆਂ ਉਹਨੂੰ ਕਹਾਣੀਆਂ ਕਿਤੇ ਸੁਣੀਆਂ ਹੁੰਦੀਆਂ ਜਾਂ ਉਹ ਮਿੱਥਾਂ ਉਹਦੇ ਦਿਮਾਗ 'ਚ ਖੜੀਆਂ ਹੁੰਦੀਆਂ। ਇਸ ਕਰਕੇ ਸਿੱਖਾਂ ਨਾਲ ਹਿਸਟਰੀ ਖੜੀ ਹੈ 18ਵੀਂ ਸਦੀ ਦੀ, ਵੀ ਜਦੋਂ ਉਹਨਾਂ ਨੇ ਮੱਲਾਂ ਮਾਰੀਆਂ ਤੇ ਉਹਦੇ 'ਚੋਂ ਰਣਜੀਤ ਸਿੰਘ ਦਾ ਰਾਜ ਨਿਕਲਿਆ। ਪਰ ਇੱਥੇ ਹੁਣ ਸਾਨੂੰ ਉਹ ਜ਼ਿਆਦਾ ਨੌਜਵਾਨ ਇੱਥੇ ਲਈ ਫਿਰਦਾ, ਉਹੀ ਲੈ ਕੇ ਸਿੰਘੂ ਬਾਰਡਰ 'ਤੇ ਪਹੁੰਚ ਗਿਆ, ਉਹੀ ਲੈ ਕੇ ਉਹ ਟਿੱਕਰੀ ਬਾਰਡਰ 'ਤੇ ਖੜਾ, ਉਹੀ ਲੈ ਕੇ ਉਹੀ ਭਾਵਨਾ ਲੈ ਕੇ ਉਹ ਲਾਲ ਕਿਲ੍ਹੇ ਦੇ 26 ਜਨਵਰੀ ਨੂੰ ਜਾ ਚੜ੍ਹਿਆ। ਤੇ ਪਰ ਸਿਆਸੀ ਲੈਵਲ 'ਤੇ ਇਹ ਗੱਲ ਨਹੀਂ ਚਾਹੀਦੀ ਸੀਗੀ। ਜਿਹੜੀ ਮੈਂ ਨਹੀਂ ਇਸ ਗੱਲ ਨੂੰ ਸਮਝਦਾ ਵੀ ਨੌਜਵਾਨਾਂ ਦੀ ਗੱਲ ਛੱਡੋ, ਨੌਜਵਾਨਾਂ ਨੂੰ ਤਾਂ ਪਤਾ ਹੀ ਨਹੀਂ, ਉਹ ਤਾਂ ਉਸੇ ਭਾਵਨਾਵਾਂ ਵਿੱਚ ਵਹਿ ਰਹੇ ਆ ਸਾਰੇ। ਸਵਾਲ ਤਾਂ ਚਾਹੀਦਾ ਸੀ ਜਿਹੜੇ ਸਿੱਖ ਸਿਆਣੇ ਹੈ, ਸਮਝਦਾਰ ਸਿੱਖ ਹੈ, ਬਹੁਤ ਸਿੱਖ ਸਮਝਦਾਰ ਹੈ, ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ, ਬੜੇ ਚੰਗੀਆਂ ਥਾਵਾਂ 'ਤੇ ਬੈਠੇ ਆ। ਸਿਆਸਤ ਦੇ ਲੈਵਲ 'ਤੇ ਉਹ ਗੱਲ ਨੂੰ ਉਹ ਪ੍ਰੈਕਟੀਕਲ 'ਚ ਲਿਆਉਂਦੇ ਨਹੀਂ। ਸਿਆਸਤ ਲੈਵਲ 'ਤੇ ਇਹ ਬਣਦੀ ਹੈ ਵੀ ਇਹ ਕਿਸਾਨੀ ਦੀ ਲੜਾਈ ਹੈ। ਇਹ ਕਿਸਾਨਾਂ ਦੀਆਂ ਵੀ ਜਿਹੜੀਆਂ ਜਥੇਬੰਦੀਆਂ ਹੋ ਗਈਆਂ, ਉਹ ਕਿਸਾਨੀ ਸੰਘਰਸ਼ ਵੀ ਬਿਲਕੁਲ ਡਿਫਰੈਂਟ ਹੋ ਗਿਆ। ਅੱਗੇ ਕਿਸਾਨੀ ਸੰਘਰਸ਼ ਨੂੰ ਪੋਲੀਟੀਕਲ ਪਾਰਟੀਆਂ ਚਲਾਉਂਦੀਆਂ ਸੀ। ਜੇ 1907 ਦਾ ਵਿੱਚ ਜੇ ਕਿਸਾਨੀ ਸੰਘਰਸ਼ ਸੀ ਤਾਂ ਉਦੋਂ ਅਜੀਤ ਸਿੰਘ ਵਰਗੇ ਚਲਾਉਂਦੇ ਸੀ, ਤੇ ਉਹ ਸਿਆਸੀ ਬੰਦੇ ਸੀ, ਉਹ ਬਾਹਰੋਂ ਆ ਕੇ ਕਿਸਾਨੀ ਨੂੰ ਇਕੱਠਾ ਕਰਕੇ ਉਹਦੇ ਹੱਕ 'ਚ ਗੱਲ ਤੋਰਦੇ ਸੀ। 1907 ਹੁਣ 100 ਸਾਲ ਬਾਅਦ ਜਿਹੜਾ ਚੱਲਿਆ ਹੁਣ ਸੰਘਰਸ਼ ਚੱਲਿਆ, ਇਹ
ਇਹਦੇ ਵਿੱਚ ਕਿਸਾਨ ਖੁਦ ਜਥੇਬੰਦ ਹੋ ਗਏ ਆ, ਜਿਹੜੇ ਪਹਿਲਾਂ ਨਹੀਂ ਸੀ ਹੁੰਦੇ ਕਦੇ। ਤੇ ਇਸ ਕਰਕੇ ਜਦੋਂ ਕਿਸਾਨ ਜਥੇਬੰਦ ਹੋਇਆ ਤਾਂ ਇਹਦਾ ਮਤਲਬ ਆਪਣੀਆਂ ਮੰਗਾਂ ਤੇ ਲੜ ਰਿਹਾ, ਸਿਆਸੀਆਂ ਤੇ ਨਹੀਂ ਲੜ ਰਹੇ। ਉਹ ਨਾ ਹੀ ਇਸੇ ਕਰਕੇ ਉਹ ਜਿਹੜਾ ਜਦੋਂ ਕਹਿੰਦੇ ਆ ਵੀ ਸਿਆਸਤ ਸਾਡਾ ਕੋਈ ਲੈਣਾ ਦੇਣਾ ਨਹੀਂ, ਨਾ ਅਸੀਂ ਇਲੈਕਸ਼ਨ ਲੋਕੀ ਇਸ ਜ਼ਾਵੀਏ ਤੋਂ ਦੇਖਣਾ ਚਾਹੁੰਦੇ ਆ। ਉਹ ਕਹਿੰਦੇ ਆ ਵੀ ਜਿਹੜੇ ਲੋਕੀ ਇਹ ਸੋਚਦੇ ਆ ਸ਼ਾਇਦ ਉਹਨਾਂ ਦਾ ਇੱਕ ਡਰ ਹੈ ਨਾ, ਜਾਂ ਡਰ ਹੈ ਜਾਂ ਉਹਨਾਂ ਨੂੰ ਇਹ ਲੱਗਦਾ ਹੈ ਕਿ ਇਹੋ ਜਿਹੀਆਂ ਲਹਿਰਾਂ ਦਾ ਮੌਕਾ ਬਾਰ-ਬਾਰ ਨਹੀਂ ਮਿਲਦਾਗਾ। ਇਹਨੂੰ ਜੇ ਆਪਾਂ ਸਿੱਖ ਚੇਤਨਾ ਲਹਿਰ ਦੇ ਤੌਰ ਤੇ ਇਸਤੇਮਾਲ ਕਰ ਲਈਏ ਤਾਂ ਇਹ ਵਧੀਆ ਮੌਕਾ ਹੋ ਸਕਦਾ। ਇਹ ਹੋ ਸਕਦੀ ਹੈ ਇਸਤੇਮਾਲ? ਦੇਖੋ 35 ਸਾਲ ਹੋ ਗਏ ਆ ਜਦੋਂ ਤੁਸੀਂ ਸਿੱਖਾਂ ਨੇ ਗਰਮ ਗੱਲਾਂ ਕਰਕੇ, ਗਰਮ ਪੋਲੀਟਿਕਸ ਨੂੰ ਹੱਥ ਪਾ ਕੇ, ਸਾਰਾ ਉਹ ਕਿੱਥੋਂ ਆਈ ਕੀ ਆਈ ਅਸੀਂ ਇਹਦੇ ਚੱਕਰ 'ਚ ਨਹੀਂ ਪੈਂਦੇ। ਉਹਦੇ ਕਰਕੇ ਤੁਸੀਂ ਆਪਦੀ ਜਿਹੜੀ ਸਾਰੀ ਸਿਆਸਤ ਸੀ ਉਹਨੂੰ ਬੰਦ ਗਲੀ ਵਿੱਚ ਸੁੱਟਤਾ, ਉਸ ਨੂੰ ਅੰਨੇ ਜਾ ਕੇ ਖੂਹ ਖਾਤੇ ਸਿੱਟਤਾ। ਤੁਸੀਂ ਨਿਕਲ ਹੀ ਨਹੀਂ ਸਕੇ। ਤੁਹਾਡੇ ਤੇ ਦਿੱਲੀ ਦੇ ਏਜੰਡੇ ਨੇ ਰਾਜ ਕੀਤਾ। ਉਹ ਕਾਂਗਰਸ ਦੇ ਰੂਪ 'ਚ ਕੀਤਾ, ਬੀਜੇਪੀ ਦੇ ਰੂਪ 'ਚ ਕੀਤਾ, ਜਾਂ ਬੀਜੇਪੀ ਤੇ ਅਕਾਲੀ ਦਲ ਦੇ ਰੂਪ 'ਚ ਕੀਤਾ। ਤੁਸੀਂ ਤਾਂ ਨਹੀਂ ਯੂਜ਼ ਕੀਤਾ। ਜਿਹੜੇ ਇੱਥੇ ਲੜੇ ਸੀ, ਮਰੇ ਸੀ, ਬਹੁਤ ਖੂਨ ਡੋਲਿਆ, ਉਹਨਾਂ ਨੇ ਨਹੀਂ ਕੀਤਾ। ਉਹਨਾਂ ਦੀ ਗੱਲ ਹੀ ਨਹੀਂ ਹੋਈ। ਉਹੀ ਏਜੰਡਾ ਜਿਹਦੇ ਤੇ 84 ਵਰਤਿਆ ਸੀ, ਉਹੀ ਏਜੰਡਾ ਜਿਹਦੇ ਤੇ ਨਵੰਬਰ 84 ਵਰਤਿਆ ਸੀ, ਉਸ ਏਜੰਡੇ ਤੇ ਪਾਰਟੀਆਂ ਤੁਹਾਡੇ ਤੇ ਰਾਜ ਕਰੀ ਜਾਂਦੀਆਂ। ਤੁਸੀਂ ਕੋਈ ਸਿੱਖਿਆ ਹੀ ਨਹੀਂ ਹਜੇ ਤੱਕ। ਇਹਨਾਂ ਨੂੰ ਸਿੱਖਣਾ ਚਾਹੀਦਾ। ਤੁਸੀਂ ਇਸ ਸੰਘਰਸ਼ ਨੂੰ, ਬੇਸ਼ੱਕ ਸਿੱਖੀ ਇਹਦੇ ਪਿੱਛੇ ਲਹਿਰ ਹੈ, ਸਿੱਖੀ ਸੱਭਿਆਚਾਰ ਹੈ, ਸਿੱਖੀ ਕਲਚਰ ਹੈ, ਜਿਹਦੇ ਵਿੱਚੋਂ ਪੰਜਾਬ ਨੇ ਲੀਡ ਕੀਤਾ, ਪਰ ਕੀਤਾ ਕਿਸਾਨੀ ਨੇ। ਕਿਸਾਨੀ ਮੰਗਾਂ ਤੇ ਲੀਡ। ਫਿਰ ਜੇ ਆਪਾਂ ਇਹ ਆਖੀਏ ਸਿੱਧੂ ਸਾਹਿਬ ਇਦਾਂ ਹੈ ਵੀ ਪੰਜਾਬ ਦਾ ਖਾਸਾ ਸਿੱਖੀ ਹੈ, ਤਾਂ ਪੰਜਾਬ ਦੀ ਹਰ ਗੱਲ ਦੇ ਵਿੱਚੋਂ ਫਿਰ ਸਿੱਖੀ ਤਾਂ ਝਲਕੂਗੀ। ਉਹ ਇਕੱਲੀ ਕਿਸਾਨੀ ਦੇ ਵਿੱਚੋਂ ਨਹੀਂ ਝਲਕੂਗੀ, ਉਹ ਤਾਂ ਹਰ ਗੱਲ 'ਚੋਂ ਹੀ ਝਲਕੂਗੀ। ਜੇ ਆਪਾਂ ਆਖੀਏ ਕਿ ਇਸ ਲਹਿਰ ਦੇ ਪਿੱਛੇ ਸਿੱਖੀ ਹੈ ਜਾਂ ਸਿੱਖ ਲਹਿਰ ਇਹਨੂੰ ਡਰਾਈਵ ਕਰ ਰਹੀ ਹੈ, ਇਹ ਸਹੀ ਹੋਊਗਾ? ਦੇਖੋ ਸਿੱਖੀ ਲਹਿਰ ਦਾ ਜਿਹੜਾ ਸੁਭਾਅ ਹੈ ਕਿ ਨਾ, ਜੁੱਸਾ ਹੈ ਉਹ ਪੰਜਾਬ ਦਾ ਲੀਡ ਕਰਨ ਦਾ, ਉਹ ਤਾਂ ਹੈਗਾ ਹੀ ਆ, ਰਹੂਗਾ। ਕੋਈ ਵੀ ਜਿਹੜਾ ਸਿੱਖ ਉੱਥੇ ਬਾਕੀ ਬਾਰਡਰਾਂ ਤੇ ਪਹੁੰਚਿਆ ਵਾ, ਕਿਸਾਨ ਸਿੱਖ ਕਿਸਾਨ, ਉਹ ਆਪਦੀ ਸਿੱਖੀ ਪਰ ਘਰੇ ਨਹੀਂ ਛੱਡ ਕੇ ਗਿਆ, ਉਹਦੇ ਨਾਲ ਹੀ ਉੱਥੇ ਆ, ਨਾਲ ਲੈ ਕੇ ਗਿਆ, ਨਾਲ ਲੈ ਕੇ ਜਾਏ। ਪਰ ਇਹ ਜ਼ਰੂਰ ਹੈ ਵੀ ਤੁਸੀਂ ਇਹ ਕਿਉਂ ਨਹੀਂ ਦੇਖਦੇ, ਸਾਡੇ ਜਿਹੜੇ ਸਿੱਖ ਵਿਚਾਰਵਾਨ ਤੇ ਬੁੱਧੀਵਾਨ ਹੈ ਉਹਨਾਂ ਨੂੰ ਦੇਖਣਾ ਚਾਹੀਦਾ ਵੀ ਇਹ ਕੀ ਹੋਇਆ ਵੀ ਡਿਕਲੇਅਰਡ ਲੈਵਲ ਉੱਤੇ, ਐਲਾਨੀਆਂ ਤੌਰ ਉੱਤੇ ਖੱਬੇ ਪੱਖੀ ਲੀਡਰ ਲੀਡ ਕਰ ਰਹੇ ਆ। ਖੱਬੇ ਪੱਖੀ ਜਿਹੜੇ ਕਹਿੰਦੇ ਵੀ ਬੋਲੇ ਸੌ ਦਾ ਨਾਰਾ ਵੀ ਨਹੀਂ ਸਟੇਜ ਤੇ ਅਸੀਂ ਲੱਗਣ ਦੇਣਾ, ਤੇ ਤੁਹਾਡੇ ਅੰਮ੍ਰਿਤਧਾਰੀ ਕਿਸਾਨ ਉਹਦੇ ਪਿੱਛੇ ਤੁਰੇ ਜਾਂਦੇ ਆ। ਔਰ ਅੱਜ ਦੇ ਨਹੀਂ ਤੁਰੇ ਜਾਂਦੇ, 5-6 ਸਾਲਾਂ ਦੇ ਲੱਗੇ ਤੇ ਹੁਣ ਉੱਥੇ ਤੁਰ ਕੇ ਗਏ ਆ। ਤਾਂ ਇਹਦਾ ਮਤਲਬ ਇਹ ਹੈ ਵੀ ਕਿਸਾਨਾਂ ਨੂੰ ਕੋਈ ਸਮੱਸਿਆ ਨਹੀਂ, ਅੰਮ੍ਰਿਤਧਾਰੀਆਂ ਨੂੰ ਉਹਨਾਂ ਦੇ ਪਿੱਛੇ ਜਾਣ ਦੀ। ਉਹਨਾਂ ਨੂੰ, ਤੁਹਾਨੂੰ ਜਿਹੜੇ ਇੱਥੇ ਬੈਠੇ ਪਿੱਛੇ ਸਿਆਸਤ ਕੱਢਣਾ ਚਾਹੁੰਦੇ ਹੋ, ਸਾਡੇ ਸਿੱਖ, ਕਈ ਸਾਡੇ ਸਿੱਖ ਵਿਚਾਰਵਾਨ, ਉਹਨਾਂ ਨੂੰ ਸਮੱਸਿਆ ਹੈ ਵੀ ਇਹ ਵੀ ਸਿੱਖੀ ਨੂੰ ਵਰਤ ਰਹੇ ਆ, ਬੜਾ ਵਾਰ ਹੈ, ਅਸੀਂ ਇਹਦੇ ਵਿੱਚੋਂ ਪੋਲੀਟਿਕਸ ਕੱਢੀਏ ਆਪਦੀ। ਇਹ ਪੋਲੀਟਿਕਸ ਕੱਢਣੀ ਨਹੀਂ, ਇਹ ਐਂ ਨਹੀਂ ਕੱਢੀ ਜਾਂਦੀ। ਜਦੋਂ ਕਿਤੇ ਇਹ ਹਮੇਸ਼ਾ ਸਾਡੇ ਪੰਜਾਬ ਦੇ ਵਿੱਚ ਪੂਰੀ ਅਖੌਤ ਚੱਲਦੀ ਹੈ ਵੀ ਸਵਰਗ ਨੂੰ ਮਰ ਕੇ, ਆਪ ਮਰ ਕੇ ਸਵਰਗ ਜਾਇਆ ਜਾਂਦਾ, ਦੂਜਿਆਂ ਦੇ ਨਾਲ ਨਹੀਂ। ਇਸ ਕਰਕੇ ਤੁਸੀਂ ਜਥੇਬੰਦੀ ਬਣਾਓ, ਆਪਦੀ ਜਥੇਬੰਦੀ ਬਣਾਓ। ਸਿੱਖ ਜਥੇਬੰਦੀ ਇੱਕ ਨਹੀਂ ਬਣੀ, ਸਿੱਖ ਜਥੇਬੰਦੀ ਬਣ ਜਾਣੀ ਚਾਹੀਦੀ ਸੀ ਜਿਹੜੀ ਓਪਨ ਲੈਵਲ ਤੇ ਜਾ ਕੇ ਇਹ ਕਹਿੰਦੀ ਵੀ ਅਸੀਂ ਜੀ ਕਿਸਾਨ ਮੰਗਾਂ ਦੇ ਨਾਲ ਆ ਤੇ ਅਸੀਂ ਵੀ ਨਾਲ ਚੱਲਾਂਗੇ, ਜਿਹੜੀਆਂ ਤੁਹਾਡੀਆਂ ਮੰਗਾਂ ਸਾਰੀਆਂ ਦਾ ਸਪੋਰਟ ਕਰਾਂਗੇ। ਇੱਕ ਦਿਨ ਨਹੀਂ ਕਹੀ ਕਿਸੇ ਸਹੁੰ ਤੋਂ ਉਲਟਾ। ਜਿਹੜੇ ਸਾਡੇ ਸਿੱਖ ਵਿਚਾਰਵਾਨ ਹੈ, ਮੈਂ ਤਾਂ ਇਹੀ ਸੁਣਿਆ ਉਹਨਾਂ ਤੋਂ ਵੀ ਜੀ ਕਿਸਾਨੀ ਦੇ ਜਿਹੜੇ ਹੁਣ ਨੇਤਾ, ਕਿਸਾਨ ਮੂਵਮੈਂਟ ਦੇ ਜਿਹੜੇ ਲਹਿਰ ਦੇ, ਤੇ ਉਹਨਾਂ 'ਚ ਕਿਸਾਨ ਮੋਰਚੇ ਦੇ ਨੇਤਾ ਜਿਹੜੇ ਜੀ ਬੜੇ ਕਮਜ਼ੋਰ ਹੈ। ਮਤਲਬ ਉਹਨਾਂ ਨੂੰ ਡੀਫੇਮ ਕਰਨ ਤੇ ਜ਼ਿਆਦਾ ਨਾ ਬੜੇ ਕਮਜ਼ੋਰ ਹੈ, ਸਮੇਂ ਦੇ ਹਾਣ ਦੇ ਨਹੀਂ, ਇਹ ਐਡੀ ਵੱਡੀ ਮੂਵਮੈਂਟ ਦੇ ਸਮਰੱਥ ਨਹੀਂ ਹੈ, ਤੇ ਇਹਨਾਂ ਕੋਲ ਕੰਟਰੋਲ ਨਹੀਂ ਹੋਇਆ। ਇਹਨਾਂ ਨੇ 26 ਜਨਵਰੀ ਨੂੰ ਜਿਹੜੀ ਟਰੈਕਟਰ ਪਰੇਡ ਬੁਲਾ ਤਾਂ ਲਈ, ਉਹਨੂੰ ਸਾਂਭ ਨਹੀਂ ਸਕੇ। ਇਹ ਕਿਹੜੇ ਵੀ ਉਹ ਸਾਰਾ ਉਹਨਾਂ 'ਚ ਨੁਕਸ ਹੈ। ਅਸੀਂ ਉਹਨਾਂ ਨੂੰ ਬੰਦੇ ਸਮਝਦੇ ਹਾਂ, ਛੋਟੇ ਲੀਡਰ ਵੀ ਹੋਣਗੇ, ਤੁਹਾਡੀ ਮੰਨ ਲਈ ਗੱਲਬਾਤ, ਇਹਦੇ 'ਚ ਕੋਈ ਰੌਲਾ ਨਹੀਂ। ਉਹ ਗਰੋ ਕਰ ਜਾਣਗੇ ਜਾਂ ਨਾ ਕਰਨਗੇ ਤਾਂ ਹਾਰ ਜਾਣਗੇ। ਪਰ ਤੁਸੀਂ ਕੀ ਕੀਤਾ? ਸਵਾਲ ਤਾਂ ਖੜਾ ਹੁੰਦਾ ਵੀ ਤੁਸੀਂ ਜਿਹੜੇ ਤੁਸੀਂ ਸਮਾਂ ਤੋਂ ਉਲਟਾ ਜਿਹੜੇ ਸਿੱਖ ਕਿਸਾਨ ਹੈ, ਗਰੀਬ ਸਿੱਖ ਕਿਸਾਨ ਹੈ ਸਾਡਾ, ਛੋਟਾ 1 ਏਕੜ 2 ਏਕੜ ਵਾਲਾ ਜਿਹੜਾ ਉੱਥੇ ਬੈਠਾ, ਤੁਸੀਂ ਉਹਦੇ ਪ੍ਰਤੀ ਹਮਦਰਦੀ ਰੱਖੋ ਵੀ ਵਿਗਾੜੋ ਨਾ ਉਹਨਾਂ ਦਾ ਜਿਹੜਾ ਚੱਲ ਰਿਹਾ ਹੈਗਾ ਉੱਥੇ ਸੰਘਰਸ਼ ਚੱਲ ਰਿਹਾ। ਉਹ ਸੰਘਰਸ਼ ਵਿੱਚ ਤਾਂ ਡਿੱਕਾ ਨਾ ਬਣੋ ਕਿ ਨਾ, ਉਹਨੂੰ ਤੋੜਨ ਦਾ ਤੁਸੀਂ ਇਹ ਨਾ ਲੱਗੇ ਵੀ ਤੁਹਾਡੇ ਤੇ ਆ ਕੇ ਇਹ ਦੋਸ਼ ਲੱਗਣ ਵੀ ਇਹ ਖਰਾਬ ਕਰ ਰਿਹਾ ਜੀ ਸਾਨੂੰ। ਜਿਹੜੇ ਵੱਡੇ ਸਿੱਖ ਚਿੰਤਕ, ਕੁਝ ਵੱਡੇ ਨਾਂ ਵੀ ਹੈ ਜੀ ਇਸ ਪੂਰੇ ਡਿਸਕੋਰਸ ਦੇ ਵਿੱਚ, ਜਿਨ੍ਹਾਂ ਦੀ ਕੋਸ਼ਿਸ਼ ਜਾਂ ਅਪਰੋਚ ਹੈ ਜਿਹੜੀ, ਉਹ ਮੇਰੇ ਵਰਗੇ ਜਿਹੜੇ ਨੌਜਵਾਨ ਮੁੰਡੇ ਉਹਨਾਂ ਨੂੰ ਵੀ ਬੜੀ ਇਮੈਚੁਰ ਲੱਗਦੀ ਹੈ ਕਿ ਤੁਸੀਂ ਪੋਲੀਟੀਕਲ ਡਾਇਲੌਗ ਤੇ ਤੁਹਾਡਾ ਧਿਆਨ ਕਿਉਂ ਨਹੀਂ ਜਾਂਦਾ, ਤੁਸੀਂ ਤੱਤੀਆਂ ਗੱਲਾਂ ਕਿਉਂ ਕਰਦੇ ਹੋ ਹਮੇਸ਼ਾ। ਇਹੋ ਜਿਹੇ ਜਿਹੜੇ ਸਿੱਖ ਚਿੰਤਕ ਹੈ
ਉਹ ਇਸ ਲਹਿਰ ਦੇ ਵਿੱਚ ਵੀ ਤੱਤੀਆਂ ਗੱਲਾਂ ਜਾਂ ਉਹਨਾਂ ਲੋਕਾਂ ਨੂੰ ਉਭਾਰਿਆ ਜਾ ਰਿਹਾ ਜਿਹੜੇ ਤੱਤੀਆਂ ਗੱਲਾਂ ਕਰਦੇ ਆ। ਮਤਲਬ ਹਰ ਚੀਜ਼ ਦਾ ਹੱਲ ਪੋਲੀਟੀਕਲ ਡਾਇਲੌਗ, ਹਰ ਚੀਜ਼ ਦਾ ਹੱਲ ਰਾਜਸੀ ਚੇਤਨਾ ਦੇ ਨਾਲ, ਰਾਜਸੀ ਡਾਇਲੌਗ ਦੇ ਨਾਲ ਹੀ ਹੁੰਦਾ ਹੈਗਾ। ਇਹੀ ਕਿਉਂ ਹੁੰਦਾ ਹੈ? ਮਤਲਬ ਸਾਡੇ ਜਿਹੜੇ ਚਿੰਤਕ ਹੈ ਉਹਨਾਂ ਦੀ ਅਪਰੋਚ ਵੀ ਆਹੀ ਕਿਉਂ ਹੈ? ਅਸੀਂ ਚਿੰਤਕ ਕਿਹੜੇ ਕਹੀਏ? ਦੋ ਤਰ੍ਹਾਂ ਦੇ ਚਿੰਤਕ ਹੈ। ਕੁਛ ਤਾਂ ਸਿੱਖ ਚਿੰਤਕ ਹੈ ਜਿਹੜੇ ਇਕੱਲੇ ਧਾਰਮਿਕ ਦਾਇਰੇ ਤੱਕ ਹੀ ਖੜੇ ਆ, ਇੱਥੇ ਪਿੱਛੇ ਬੈਠੇ ਆ ਆਪਦੇ ਘਰਾਂ 'ਚ, ਤੇ ਕੁਛ ਚਿੰਤਕ ਆ ਜਿਹੜੇ ਉੱਥੇ ਗਏ ਆ, ਉੱਥੇ ਜਾ ਕੇ ਵੀ ਉਹ ਕਿਸਾਨਾਂ 'ਚ ਹੀ ਨੁਕਸ ਕੱਢਦੇ ਰਹੇ, ਕਿਸਾਨ ਲੀਡਰਸ਼ਿਪ 'ਚ ਕੱਢਦੇ ਰਹੇ। ਇਹ ਉਹਨਾਂ ਨੂੰ ਭਾਵੇਂ ਖੱਬਿਆਂ 'ਚ ਕੱਢਦੇ ਰਹੇ, ਸੱਜਿਆਂ 'ਚ ਕੱਢਦੇ ਰਹੇ, ਉਹ ਬਲਵੀਰ ਸਿੰਘ ਰਾਜੇ ਵਾਲੇ 'ਚ ਕੱਢਦੇ ਆ, ਇਹਦੇ 'ਚ ਕੱਢਦੇ ਆ, ਉਹਨੇ ਆਹ ਕਹਿਤਾ ਆਹ ਕਹਤਾ, ਹਰ ਛੋਟੀ ਗੱਲ ਨੂੰ ਉਹਨੂੰ ਵਾਚਦੇ ਆ ਵੀ ਤੁਹਾਨੂੰ ਹੱਕ ਕਿਹੜਾ ਹੈ, ਤੁਸੀਂ ਕਿਹੜੇ ਪਲੇਟਫਾਰਮ ਤੋਂ ਬੋਲਦੇ ਹੋ। ਤੁਸੀਂ ਬਰਾਬਰ ਦੇ ਪਲੇਟਫਾਰਮ ਤੇ ਕਹੋ ਵੀ ਆ ਅਸੀਂ ਚੱਲੇ ਤੁਹਾਡੇ ਨਾਲ। ਸਿੱਖ ਜਿਹੜੇ ਕਿਸਾਨ ਹੈ ਉਹ ਲੈਫਟ ਨੂੰ ਛੱਡ ਕੇ ਤੁਹਾਡੇ ਪਿੱਛੇ ਆ ਜਾਣਗੇ। ਤੁਹਾਡੀ ਕ੍ਰੈਡੀਬਿਲਟੀ ਇੰਨੀ ਵਿਸ਼ਵਾਸਯੋਗਤਾ ਚਾਹੀਦੀ ਹੈ ਵੀ ਜਿਹਦੇ ਤੁਹਾਡੇ ਪਿੱਛੇ ਆ ਜਾਣ ਸਾਰੇ, ਵੀ ਤੁਸੀਂ ਵੀ ਲੜੋਗੇ ਉਹਨਾਂ ਲਈ। ਉਹ ਤਾਂ ਗਏ ਆ ਲੈਫਟ ਵਾਲਿਆਂ ਪਿੱਛੇ ਵੀ ਉਹਨਾਂ ਨੂੰ ਲੱਗਦਾ ਵੀ ਇਹ ਲੜਾਈ ਲੜਨਗੇ, ਲੜੀ ਇਹਨਾਂ ਨੇ। ਤੁਸੀਂ ਲੜਾਈ ਲੜਦੇ ਨਹੀਂਗੇ ਤੇ ਤੁਸੀਂ ਨੁਕਸ ਕੱਢੀ ਜਾਂਦੇ ਹੋ। ਇਸ ਕਰਕੇ ਬਹੁਤ ਵੱਡਾ, ਤੇ ਇਸ ਕਰਕੇ ਜਦੋਂ ਇਹੋ ਜਿਹਾ ਦਫਾੜ ਪਾਉਂਦੇ ਹੋ ਸਾਰਾ ਮੂਵਮੈਂਟ ਦੇ ਵਿੱਚ, ਉਦੋਂ ਫਿਰ ਕਈ ਬਾਹਰਲੀਆਂ ਸ਼ਕਤੀਆਂ ਵੀ ਫਿਰ ਉਹਦੇ ਵਿੱਚ ਦਖਲਅੰਦਾਜ਼ੀ ਕਰਨ ਲੱਗ ਜਾਂਦੀਆਂ। ਉਹ ਕਰਨਗੀਆਂ ਵੀ। ਜਿਵੇਂ ਅੱਜ ਦੇ ਡੇਟ ਦੇ ਵਿੱਚ ਦਫਾੜ ਦਿਖਦਾ ਹੈਗਾ, ਹਾਲਾਂਕਿ ਉਹ ਗਹਿਰਾ ਨਹੀਂ ਹੋਇਆ, ਉਹ ਡੂੰਘਾ ਨਹੀਂ ਹੋਇਆ। ਕੋਸ਼ਿਸ਼ ਬਹੁਤ ਹੋਈ ਹੈ ਕਾਮਰੇਡਾਂ ਦੇ ਨਾਂ ਤੇ ਅਲੱਗ ਕਰਤਾ ਜਾਵੇ, ਸਿੱਖਾਂ ਦੇ ਨਾਂ ਤੇ ਅਲੱਗ ਕਰਤਾ ਜਾਵੇ, ਉਹ ਹੋ ਨਹੀਂ ਪਾਇਆ, ਡਿਜ਼ਾਈਨ ਚੱਲ ਨਹੀਂ ਪਾਇਆ। ਪਰ ਜਿਹੜੇ ਲੋਕ ਇਹ ਕਰ ਰਹੇ ਹੈ ਜੀ, ਕੀ ਉਹ ਪੰਜਾਬ ਦੇ ਹਿਤੈਸ਼ੀ ਹੈ ਜਾਂ ਕੀ ਉਹ ਕਿਸਾਨੀ ਦੇ ਹਿਤੈਸ਼ੀ ਹੈ? ਉਹ ਏਜੰਡਾ ਕੀ ਆ ਉਹਨਾਂ ਦਾ, ਆਈਡੀਓਲੋਜੀ ਕੀ ਹੈ? ਜਿਹੜੇ ਬਦਲ ਦੇ ਰੂਪ 'ਚ ਜਿਹੜੇ ਉਹ ਚਿਹਰੇ ਪੇਸ਼ ਕਰ ਰਹੇ ਹੈਗੇ, ਉਹ ਚਿਹਰੇ ਕੀ ਪੰਥਕ ਚਿਹਰੇ ਹੋ ਸਕਦੇ ਹੈ? ਕਿ ਉਹ ਪੰਥਕ ਆਈਡੀਓਲੋਜੀ ਨੂੰ ਰਿਪਰੈਜ਼ੈਂਟ ਕਰ ਸਕਦੇ ਅੱਗੇ ਜਾ ਕੇ ਚਿਹਰੇ, ਜਿਹੜੇ ਇਹੋ ਜਿਹੇ ਚਿਹਰੇ ਸੋਸ਼ਲ ਮੀਡੀਆ ਤੇ ਪੇਸ਼ ਕੀਤੇ ਗਏ ਇਹਨਾਂ ਦਿਨਾਂ 'ਚ? ਦੇਖੋ, ਸੋਸ਼ਲ ਮੀਡੀਆ ਤਾਂ ਕਈ ਵਾਰੀ ਬਹੁਤੀ ਵਾਰੀ ਅਸੀਂ ਉਹਦੇ ਤੇ ਵਿਸ਼ਵਾਸ ਨਹੀਂ ਕਰ ਸਕਦੇ। ਸੋਸ਼ਲ ਮੀਡੀਆ ਵਿੱਚ ਬਹੁਤਾ ਹਿੱਸਾ ਬਿਮਾਰ ਮਾਨਸਿਕਤਾ ਦਾ ਪ੍ਰਤੀਨਿਧਤਾ ਕਰਦਾ ਹੈ। ਉਹ ਬਿਮਾਰ ਮਾਨਸਿਕਤਾ ਘਰੇ ਬੈਠੇ ਆ, ਉਹ ਘਰੇ ਬੈਠੇ ਜਾਂ ਕਿਤੇ ਬੈਠੇ, ਕਿਤੇ ਬਾਹਰ ਜਿਹੜਾ ਬੰਦਾ ਬਾਹਰ ਪਬਲਿਕਲੀ ਸਮਾਜ ਦੇ ਵਿੱਚ ਜਨਤਾ ਵਿੱਚ ਇੰਟਰੈਕਟ ਨਹੀਂ ਕਰ ਸਕਦਾ, ਖੁੱਲ੍ਹ ਕੇ ਆਪਦੀ ਗੱਲ ਸਟੇਜ ਤੇ ਨਹੀਂ ਕਹਿ ਸਕਦਾ, ਹੋਰ ਥਾਂ ਨਹੀਂ ਕਹਿ ਸਕਦਾ। ਗਰਾਊਂਡ ਤੇ ਵੀ ਆਇਆ ਨਾ ਸਿੱਧੂ ਸਾਹਿਬ, 26 ਵਾਲਾ ਜਿਹੜਾ ਲਾਲ ਕਿਲ੍ਹੇ ਵਾਲਾ ਸੀ, ਪਹਿਲਾਂ ਸੋਸ਼ਲ ਮੀਡੀਆ ਤੇ ਬੜਾ ਰੱਜ ਕੇ ਰੌਲਾ ਪਿਆ, ਫਿਰ 26 ਵਾਲੇ ਦਿਨ ਹੋ ਵੀ ਗਿਆ ਉਹ ਗਰਾਊਂਡ ਤੇ। ਦੇਖੋ, ਐਂ ਤਾਂ 25 ਤੱਕ ਰੌਲਾ ਪੈਂਦਾ ਰਿਹਾ, 25 ਦੀ ਸਟੇਜ ਤੇ ਜਾਣ ਤੱਕ ਵੀ ਰੌਲਾ ਪੈਂਦਾ ਰਿਹਾ। ਇਹ ਸਾਰਾ ਰੌਲਾ ਪੈਂਦਾ ਰਿਹਾ 25 ਤਰੀਕ ਤੱਕ। ਇਹ ਜਿਹੜਾ ਰੌਲਾ ਹੈ ਨਾ, ਆਪਣੇ ਆਪ ਵਿੱਚ ਗਲਤ ਰੌਲਾ ਹੈ। ਸਾਨੂੰ ਵੱਡਾ ਪਰਸਪੈਕਟਿਵ ਰੱਖਣਾ ਚਾਹੀਦਾ ਸਿੱਖਾਂ ਨੂੰ, ਵੀ ਉਹ ਜਿਹੜੇ ਜਿਨ੍ਹਾਂ ਦੀ ਖਾਤਰ ਲੜਾਈ ਲੜੀ ਜਾ ਰਹੇ ਆ ਉਹ ਤੁਹਾਡੇ ਸਿੱਖ ਭਰਾ ਹੀ ਆ ਬਹੁਤੇ। ਕਿਸਾਨੀ ਇੱਥੇ ਸਿੱਖ ਹੈ ਕਿ ਨਾ, ਮੈਜੋਰਿਟੀ ਤੋਂ ਸਿੱਖ ਹੈ, ਤੇ ਉਹਨਾਂ ਦਾ ਕੰਮ ਹੋ ਰਿਹਾ। ਅੱਛਾ, ਇਹ ਵੀ ਸਿੱਖ ਨਹੀਂ ਧਿਆਨ ਰੱਖਦੇ ਵੀ ਇਹ ਕਿਸਾਨੀ ਹੈ ਜਿਹਦੇ ਸਿਰ ਉੱਤੇ ਬਲਬੂਤੇ ਤੇ ਸਿੱਖੀ ਖੜੀ ਹੈ। ਤੁਸੀਂ ਤਾਂ ਸਿੱਖ ਨਹੀਂ, ਇੱਥੇ ਚੰਡੀਗੜ੍ਹ ਰਹਿਣ ਵਾਲੇ ਕਿਹੜੇ ਸਿੱਖ ਹੈ? ਵੱਡੇ ਸਿੱਖ। ਇਹ ਸਿੱਖ ਨਹੀਂ ਹੈ, ਇਹਨਾਂ ਨੇ ਕਬਜ਼ਾ ਕੀਤਾ ਸਿੱਖੀ ਤੇ। ਸਿੱਖ ਅਸਲ ਉਹ ਹੈ ਜਿਹੜੇ ਲੜ ਰਹੇ ਆ, ਜਿਹੜੇ ਕਿਸਾਨ ਹੈ ਤੇ ਪਿੰਡਾਂ 'ਚ ਬੈਠੇ ਆ ਤੇ ਸਾਰੀ ਆਪਦੀ ਗਰੀਬ ਤੇ ਉਹ ਲਾਈਫ ਜਿਉਂ ਰਹੇ ਆ। ਸਾਨੂੰ ਉਹਨਾਂ ਪ੍ਰਤੀ ਹਮਦਰਦੀ ਚਾਹੀਦੀ ਹੈ ਵੀ ਅਸੀਂ ਉਹਨਾਂ ਦੇ ਮੂਵਮੈਂਟ ਨੂੰ ਖਰਾਬ ਨਾ ਕਰੀਏ। ਸਾਡੇ ਤੇ ਦੋਸ਼ ਨਾ ਲੱਗੇ ਆ ਕੇ ਸਿੱਖਾਂ ਤੇ, ਵੀ ਪੜ੍ਹੇ ਲਿਖਿਆਂ ਤੇ ਜਾਂ ਵਿਚਾਰਵਾਨਾਂ ਤੇ, ਵੀ ਅਸੀਂ ਉਹਦਾ ਨੁਕਸਾਨ ਕਰਤਾ ਜੀ, ਅਸੀਂ ਉਹਦਾ ਤਲਾਤਾ, ਅਸੀਂ ਸਾਰਾ ਮੋਰਚੇ ਵਿੱਚ ਵਿਘਨ ਪਾਤਾ। ਕੋਈ ਜਿਹੜਾ 26 ਤਰੀਕ ਵੇਲੇ ਲੱਗਦੇ ਰਹੇ ਆ, ਉਦੋਂ 26 ਤਰੀਕ ਵੇਲੇ ਇਹੀ ਸਾਰੇ ਜਿਹੜੇ ਪਹਿਲਾਂ ਤੱਤੀਆਂ ਗੱਲਾਂ ਕਰਦੇ ਸੀ, ਪਿੱਛੋਂ ਇਹ ਮਤਲਬ ਕਿ ਵੀ ਘਬਰਾ ਗਏ ਸੀ, ਸਫਾਈਆਂ ਦਿੰਦੇ ਫਿਰਦੇ ਰਹੇ। ਕਿਉਂ ਸਫਾਈਆਂ ਦਿੱਤੀਆਂ ਇਹਨਾਂ ਨੇ? ਇਸ ਕਰਕੇ ਇਹ ਗਲਤ ਟਰੈਕ ਤੇ ਚੜੇ ਹੋਏ ਆ। ਕੋਈ ਅਕਲ ਨੂੰ ਹੱਥ ਮਾਰਨ, ਸਿਆਣਪ ਤੋਂ ਕੰਮ ਲੈਣ। ਤੁਸੀਂ ਲੀਡਰਸ਼ਿਪ ਨੂੰ ਕਿੱਥੇ ਅੰਕਦੇ ਹੋ ਹੁਣ? ਜੇ ਪੈਰਾਮੀਟਰਸ ਤੇ ਕਿਸੇ ਤੇ ਕਹੋ ਵੀ ਆਹ ਪੈਰਾਮੀਟਰ ਤੇ ਕਿਸਾਨ ਲੀਡਰਸ਼ਿਪ ਕਿੱਥੇ ਖੜਦੀ ਹੈ? ਕਿਸਾਨ ਲੀਡਰਸ਼ਿਪ ਤਾਂ ਬਹੁਤ ਛੋਟੀ ਸੀਗੀ, ਉਹਨੂੰ ਤਾਂ ਪਤਾ ਹੀ ਨਹੀਂ ਲੱਗਿਆ ਕਦੋਂ ਇਹ ਸਾਰਾ ਕੁਝ ਉਹਦੇ ਪਿੱਛੇ ਹਵਾਰ ਚੱਲ ਪਿਆ। ਛੋਟੀਆਂ ਇਹ ਕੰਮਾਂ ਕਰਨ ਵਾਲੇ ਸੀ, ਪਰ ਉਹ ਹੁਣ ਗਰੋ ਕਰ ਰਹੇ ਆ, ਵੱਧ ਰਹੇ ਆ। ਉਹਨਾਂ ਨੂੰ ਮੌਕਾ ਦੇਣਾ ਚਾਹੀਦਾ। ਜੇ ਨਾ ਉਹ ਗਰੋ ਕਰਨਗੇ, ਨਾ ਉੱਪਰ ਤੱਕ ਜਾਣਗੇ, ਤਾਂ ਹਾਰ ਜਾਣਗੇ। ਅਸੀਂ ਨਹੀਂ ਕੁਝ ਕਰ ਸਕਦੇ ਉਹਦੇ 'ਚ ਵੀ ਅਸੀਂ ਉੱਥੇ ਲੀਡਰਸ਼ਿਪ ਖੋ ਕੇ ਜਿਤਾ ਦਿਆਂਗੇ। ਸਾਡੀ ਤਾਂ ਇੱਕ ਜਥੇਬੰਦੀ ਨਹੀਂ ਸਿੱਖਾਂ ਦੀ ਇੱਥੇ ਜਿਹੜੀ ਜਾ ਕੇ ਕੁਝ ਕਰੇ। ਪਰ ਜਿਹੜੇ ਆਪਣੇ ਆਪ ਨੂੰ ਪੇਸ਼ ਕਰ ਰਹੇ ਹੈਗੇ ਬਦਲ ਦੇ ਤੌਰ ਤੇ, ਪੰਥਕ ਬਦਲ ਦੇ ਤੌਰ ਤੇ, ਇੱਕ ਪੰਥਕ ਬਦਲ ਦੇ ਤੌਰ ਤੇ ਪੇਸ਼ ਕੀਤਾ ਜਾ ਰਿਹਾ, ਉਹ ਉਹਨਾਂ ਲੋਕਾਂ ਤੇ ਭਰੋਸਾ ਲੋਕ ਕਰਨਗੇ ਜਾਂ ਨਹੀਂ ਕਰਨਗੇ? ਜਿਵੇਂ ਬੇਸ਼ੱਕ ਇੱਕ ਐਕਟਰ ਹੈ ਦੀਪ ਸਿੱਧੂ, ਉਹਨੂੰ ਵੀ ਬਦਲ ਦੇ ਰੂਪ 'ਚ ਪੇਸ਼ ਕੀਤਾ ਜਾ ਰਿਹਾ। ਕੀ ਉਹ ਬਦਲ ਹੋ ਸਕਦੇ ਆ ਉਸ ਤਰ੍ਹਾਂ ਦੀ ਪੰਥਕ ਆਈਡੀਓਲੋਜੀ? ਦੇਖੋ, ਮੈਨੂੰ ਤਾਂ ਪ੍ਰੈਕਟੀਕਲੀ ਪਤਾ ਉਹ ਪੰਥਕ ਬਦਲ ਤਾਂ ਜੇ ਦੇਣਾ ਹੁੰਦਾ ਇੱਥੇ ਪੰਜਾਬ 'ਚ 90 ਤੋਂ
90 ਤੋਂ ਬਾਅਦ ਕੋਈ ਪੰਥਕ ਬਦਲ ਦੇ ਦਿੰਦੇ। ਉਹੀ ਬੰਦੇ ਜਿਹੜੇ ਦਿੱਲੀ ਦੇ ਅਸੀਂ ਰਾਜ ਸੱਤਾ ਦੇ ਏਜੰਟ ਆ, ਉਹ ਇੱਥੇ ਰਾਜ ਕਰੀ ਜਾਂਦੇ ਅੱਜ ਤੱਕ ਬੈਠੇ, ਜਾਂ ਉਸ ਏਜੰਡੇ ਤੇ ਕਰੀ ਜਾਂਦੇ ਆ। ਜੇ ਕਿਤੇ ਇਹਨਾਂ ਕੋਲੇ ਪੰਥਕ ਏਜੰਡਾ ਲੈ ਕੇ ਚੱਲਦੇ, ਲੋਕਾਂ ਦੇ ਵਿੱਚ ਕੋਈ ਵਿਸ਼ਵਾਸ ਬਣਦਾ, ਤਾਂ ਪੰਥਕ ਏਜੰਡਾ ਲੋਕ ਐਕਸੈਪਟ ਕਰ ਲੈਣਾ ਸੀ। ਉਹ ਲੈਫਟ ਵਾਲਿਆਂ ਪਿੱਛੇ ਕਿਉਂ ਲੱਗਦੇ? ਪੰਥਕ ਏਜੰਡਾ ਅੱਜ ਵੀ ਹੈ, ਅੱਜ ਵੀ ਉੱਥੇ ਕੋਈ ਪੰਥਕ ਬਦਲ ਹੈ ਨਹੀਂ। ਪੰਥ ਕਿਉਂਕਿ ਇਹਨਾਂ ਦਾ ਤਾਂ ਹਿਸਟਰੀ ਹੈ ਨਹੀਂ ਵੀ ਇਹ ਆਰਥਿਕ ਮੰਗਾਂ ਤੇ ਕਦੇ ਸਿੱਖ ਲੜੇ ਹੋਣ। ਹੁਣ ਤੱਕ ਦੀ ਹੁਣ 70 ਤੋਂ ਬਾਅਦ ਦੀ ਤਾਂ ਹੈ ਨਹੀਂ। ਆਪਣੇ ਆਪ ਨੂੰ ਪੇਸ਼ ਕਰ ਰਹੇ, ਉਹਨਾਂ ਨੂੰ ਤੁਸੀਂ ਕਿਵੇਂ ਉਹ ਕਰਦੇ? ਪੇਸ਼ ਤਾਂ ਨੁਕਸ ਕੱਢਣੇ ਹੁੰਦੇ ਆ, ਬੜੇ ਸੌਖੇ ਹੁੰਦੇ ਆ, ਨੁਕਸ ਕੱਢੀ ਜਾਂਦੇ ਆ। ਲੀਡਰਸ਼ਿਪ ਬੜੀ ਮਾੜੀ ਆ। ਮੈਂ ਵੀ ਕਹਿੰਦਾ ਵੀ ਲੀਡਰਸ਼ਿਪ ਕਦੇ ਵੀ ਕੋਈ ਪਰਫੈਕਟ ਨਹੀਂ ਹੁੰਦੀ। ਕਿਸਾਨ ਲੀਡਰਸ਼ਿਪ ਕਿਹੜਾ ਪਰਫੈਕਟ ਹੈ? ਅਸੀਂ ਕਿਉਂ ਉਹਦੇ ਤੋਂ ਪਰਫੈਕਸ਼ਨ ਦਾ, ਸੰਪੂਰਨਤਾ ਦਾ ਆਸ ਰੱਖਦੇ ਆ? ਬੰਦੇ ਛੋਟੇ ਵੱਡੇ ਸਾਰੇ ਕਿਸਮ ਦੇ ਆ, ਪਰ ਅੱਜ ਇੱਕ ਕਿਸਾਨੀ ਦੀ ਬਹੁਤ ਵੱਡੀ ਜੱਦੋਜਹਿਦ ਤੇ ਲਹਿਰ ਉੱਠ ਖੜੀ ਹੈ, ਜਿਹਦੇ ਤੇ ਦੁਨੀਆ ਲੈਵਲ ਤੇ ਜਿਹਦਾ ਨੋਟਿਸ ਲਿਆ ਗਿਆ, ਦੁਨੀਆ ਨੂੰ ਹਾਲਾਤ ਜਿਹਨੇ। ਤੇ ਪਹਿਲੀ ਲੜਾਈ ਹੈ ਜਿਹੜੀ ਨਵ ਉਦਾਰਵਾਦ ਦੇ, ਨਿਊ ਲਿਬਰਲਿਜ਼ਮ ਦੇ ਵਿਰੁੱਧ ਲੜੀ ਜਾ ਰਹੀ ਹੈ, ਜਾਂ ਵੱਡੀ ਪੂੰਜੀ ਵਿਰੁੱਧ ਲੜੀ ਜਾ ਰਹੀ ਹੈ, ਜਿਹਨੇ ਮਨੁੱਖ ਨੂੰ ਮਨੁੱਖ ਨਹੀਂ ਰਹਿਣ ਦੇਣਾ। ਐਡਾ ਮਾੜਾ ਉਹਦਾ ਅਸਰ ਪਊਗਾ, ਇਸੇ ਕਰਕੇ ਸਿੱਖੀ ਤੇ ਹੀ ਪਊਗਾ। ਤੇ ਇਸ ਕਰਕੇ ਬਹੁਤ ਵੱਡੀ ਲੜਾਈ ਆ। ਮੇਰੀ ਇਹ ਜਾਤੀ ਆਪਣੀ ਰਾਏ ਆ ਵੀ ਅਸੀਂ ਤਾਂ ਸਪੋਰਟ ਕਰਨੀ ਹੈ ਜੀ, ਜਿੰਨੀ ਅਸੀਂ ਕਰ ਸਕਦੇ ਹਾਂ। ਬਾਕੀ ਹੁਣ ਲੀਡਰ ਜਿਹੜੇ ਅੱਗੇ ਲੱਗਿਆ ਦੇਖਣ, ਜੇ ਉਹ ਜਿਤਾ ਦੇਣਗੇ ਤਾਂ ਵਧੀਆ ਗੱਲ ਆ। ਅਸੀਂ ਜਿਤਾਉਣ ਵਾਲੇ ਪਾਸੇ ਹੀ ਕਹਿਣਾ ਸਾਰਾ ਕੁਝ। ਜੇ ਫਰਜ਼ ਕੀਤਾ ਉਹ ਸਮੇਂ ਦੇ ਹਾਣ ਦੇ ਨਾ ਹੋਏ, ਅੱਜ ਦੀ ਸੱਤਾ ਦੇ ਨਾਲ ਮਿੜਕਣ ਦੇ ਜੋਗੇ ਨਾ ਹੋਏ, ਤਾਂ ਫਿਰ ਹਾਰ ਜਾਣਗੇ। ਅਸੀਂ ਇਹ ਸਾਨੂੰ ਜਿਹੜੇ ਲੋਕੀ ਕਹਿੰਦੇ ਆ ਵੀ ਜਿਹੜਾ ਮਾਡਲ, ਜਿਸ ਮਾਡਲ ਤੇ ਲੜਾਈ ਲੜੀ ਜਾ ਰਹੀ ਹੈਗੀ, ਉਹ ਮਾਡਲ ਠੀਕ ਨਹੀਂ ਹੈਗਾ। ਇਸ ਤਰੀਕੇ ਦੇ ਨਾਲ ਲੜਾਈਆਂ ਨਹੀਂ ਲੜੀਆਂ ਜਾਂਦੀਆਂ। ਮਤਲਬ ਉਹਨਾਂ ਦਾ ਉਹੀ, ਸ਼ਾਇਦ ਇਹ ਉਹਨਾਂ ਦਾ ਆਪਣਾ ਨੈਰੇਟਿਵ ਇਹ ਹੈ ਕਿ ਜਿਹੜੀ ਤੁਸੀਂ ਡਾਇਲੌਗ ਵਾਲੀ ਗੱਲ ਹੈਗੀ, ਉਹਦੇ ਨਾਲ ਨਹੀਂ ਲੜਾਈਆਂ ਲੜੀਆਂ ਜਾਂਦੀਆਂ। ਤਾਂ ਕੀ ਇਸ ਤਰ੍ਹਾਂ ਜਿਹੜਾ ਅਫੈਂਸਿਵ ਐਕਸ਼ਨ ਆ, ਉਹਦੇ ਨਾਲ ਲੜਾਈਆਂ ਲੜੀਆਂ ਜਾਣਗੀਆਂ? ਦੇਖੋ, ਅੱਜ ਦੇ ਯੁੱਗ ਦੇ ਵਿੱਚ ਨੈਰੇਟਿਵ ਬਿਲਕੁਲ ਬਦਲ ਗਿਆ। 18ਵੀਂ ਸਦੀ 'ਚ ਹਿੱਕ ਦੇ ਜ਼ੋਰ ਨਾਲ, ਤਲਵਾਰ ਨਾਲ, ਧੱਕੇ ਨਾਲ ਜਿਹੜਾ ਵੀ ਫੌਜ ਲੈ ਕੇ ਤੁਸੀਂ ਤਕੜਾ ਜਿੱਤ ਲੈਂਦਾ ਹੁੰਦਾ ਸੀਗਾ, ਤੇ ਉਹ ਉੱਥੇ ਆਪਦਾ ਰਾਜ ਕਾਇਮ ਕਰ ਦਿੰਦਾ ਸੀ। ਅੱਜ ਕੱਲ੍ਹ ਨੈਰੇਟਿਵ ਬਦਲ ਗਿਆ। ਅੱਜ ਕੱਲ੍ਹ ਮਤਲਬ ਕਿ ਵੀ ਡਿਸਇਨਫੋਰਮੇਸ਼ਨ, ਇਨਫੋਰਮੇਸ਼ਨ, ਸੂਚਨਾ ਦਾ ਯੁੱਗ ਆ ਗਿਆ। ਇਹਦੇ ਵਿੱਚ ਤੁਸੀਂ ਲੋਕਾਂ ਦੇ ਪਰਸੈਪਸ਼ਨ ਬਣਾਉਣੇ ਆ। ਪਰਸੈਪਸ਼ਨ ਉੱਤੇ ਪੋਲੀਟਿਕਸ ਖੜਦੀ ਅੱਜ ਦੇ ਯੁੱਗ ਦੇ ਵਿੱਚ। ਤੇ ਇਹ ਪਰਸੈਪਸ਼ਨ ਦੀ ਲੜਾਈ ਕੋਈ ਹਿੱਕ ਦੇ ਜ਼ੋਰ ਦੀ ਲੜਾਈ ਨਹੀਂ ਹੈ। ਇਹ ਪੰਥਕ ਏਜੰਡਾ ਨਹੀਂ ਹੈ, ਇਹਦਾ ਬਹੁਤ ਜ਼ਿਆਦਾ ਅਕਲ ਦਾ ਏਜੰਡਾ, ਤੇ ਅਕਲ ਇਹਦੇ 'ਚ ਸਾਨੂੰ ਵਰਤਣੀ ਪਊਗੀ। ਤੇ ਇਸ ਕਰਕੇ ਮੈਂ ਤਾਂ ਬਿਲਕੁਲ, ਲੜਾਈਆਂ ਦਾ ਸਰੂਪ ਹੀ ਬਦਲ ਗਿਆ ਲੜਾਈਆਂ ਦਾ। 250 ਸਾਲ ਬਾਅਦ ਲੜਾਈ ਕੋਈ ਹੋਰ ਰੂਪ 'ਚ ਆ ਗਈ ਹੈ ਸਾਰੀ। ਤੇ ਹੁਣ ਅਸੀਂ ਪੁਰਾਣਾ ਏਜੰਡਾ ਲਈ ਬੈਠੇ ਆ, ਜਿਹੜਾ ਉਦੋਂ ਸਿੱਖ ਕਿਤੇ 18ਵੀਂ ਸਦੀ 'ਚ ਲੜੇ ਸੀ। ਉਹ ਸਪਿਰਿਟ ਸਾਨੂੰ ਚਾਹੀਦੀ ਹੈ, ਪਰ ਉਹ ਸਾਨੂੰ ਟੈਕਟਿਸ ਨਹੀਂ ਉਹ ਚਾਹੀਦੇ। ਤੌਰ ਤਰੀਕਾ ਹੋਰ ਬਦਲਣਾ ਪਊ। ਸਪਿਰਿਟ ਸਾਡੇ ਨਾਲ ਹੈ, ਜਿਵੇਂ ਪਹਿਲਾਂ ਕਹਿ ਚੁੱਕਾ, ਸਾਡੇ ਦਿਮਾਗਾਂ 'ਚ ਹਮੇਸ਼ਾ। ਉਹ ਤਾਂ ਤੁਹਾਡੇ ਨਾਲ ਹਿਸਟਰੀ, ਜਦੋਂ ਤੁਸੀਂ ਕਹਿ ਰਹੇ ਹੋ ਕਿ ਹਿਸਟਰੀ ਨਾਲ ਚੱਲਦੀ ਹੈ, ਤਾਂ ਉਹ ਚੱਲੂਗੀ। ਸਪਿਰਿਟ ਤੁਹਾਡੇ ਨਾਲ ਉਹ ਦਿਖਦੀ ਵੀ ਹੈ, ਪਰ ਉਹ ਜਿਹੜੇ ਤੌਰ ਤਰੀਕੇ ਆ ਫਿਰ ਉਹ ਉਹੀ ਵਰਤੇ ਜਾ ਰਹੇ ਹੈਗੇ। ਬਹੁਤ ਸਾਰੇ ਲੋਕ ਉਹੀ ਵਰਤਣ ਦੀ ਕੋਸ਼ਿਸ਼ ਕਰ ਰਹੇ ਹੈ। ਉਹਨਾਂ ਨੂੰ ਸਮਝ ਨਹੀਂ ਹੈ ਕੁਝ ਬੰਦਿਆਂ ਨੂੰ। ਕੁਝ ਸਾਡੇ ਸਿੱਖ ਜਥੇਬੰਦੀਆਂ ਬਣੀਆਂ ਨਹੀਂ, ਸਿੱਖ ਬੁੱਧੀਜੀਵੀ ਇਕੱਠੇ ਹੋ ਕੇ ਗਏ ਨਹੀਂ। ਭਾਈ ਆ ਨੌਜਵਾਨੋ, ਤੁਸੀਂ ਥੋੜ੍ਹਾ ਜਿਹਾ ਆਪਦੇ ਜੋਸ਼ ਨੂੰ ਰੱਖੋ ਕੰਟਰੋਲ 'ਚ, ਹੋਸ਼ ਨਾਲ ਕੰਮ ਕਰੋ। ਸਾਡੇ ਤਾਂ ਗੱਲ ਹੀ ਨਹੀਂ ਹੋਈ। ਸਾਡੇ ਤਾਂ ਕਹੀ ਜਾਂਦੇ ਹਾਂ ਵੀ ਕਾਮਰੇਡਾਂ ਨੂੰ ਜੋ ਗੁੱਠੇ ਲਾਓ, ਜਿੱਡੀ ਛੇਤੀ ਲੱਗਦਾ ਲਾਓ। ਸਿੱਖੀ ਦੇ ਵਿੱਚ ਆਸਤਕ ਤੇ ਨਾਸਤਕ ਹੋਣ ਦਾ ਕੋਈ ਵੀ ਡਿਫਰੈਂਸ ਨਹੀਂ ਹੈ। ਅਸੀਂ ਆਸਤਕ ਤੇ ਨਾਸਤਕ ਦੀ ਲੜਾਈ ਨਹੀਂ ਲੜਦੇ। ਅਸੀਂ ਐਵੇਂ ਕਹੀ ਜਾਈਏ ਕਾਮਰੇਡ ਮਾੜੇ ਆ। ਅਸੀਂ ਜਿੰਨਾ ਚਿਰ ਇਹ ਕਿਸਾਨੀ ਲਈ ਕੋਈ ਲੜ ਰਿਹਾ, ਸਾਡੀਆਂ ਮੰਗਾਂ ਲਈ ਲੜ ਰਿਹਾ, ਹੱਕਾਂ ਲਈ ਲੜ ਰਿਹਾ, ਸਿੱਖੀ ਕਿਸਾਨੀ ਦੀ ਲੜਾਈ ਹੋ ਰਹੀ ਹੈ, ਉਹਨਾਂ ਚਿਰ ਅਸੀਂ ਕੋਈ ਨਾ ਕਾਮਰੇਡ ਸਿੱਖ ਤੇ ਆਸਤਕ ਨਾਸਤਕ ਦਾ ਸਾਨੂੰ ਕੋਈ ਫਰਕ ਨਹੀਂਗਾ। ਉਹੀ ਫਿਰ ਜੇ ਕਾਮਰੇਡ ਅਸੀਂ ਡਿਸਓਨ ਕਰਦੇ ਹਾਂ, ਤਾਂ ਸਾਨੂੰ ਆਪਣੀ ਹਿਸਟਰੀ ਦੇ ਬਹੁਤ ਸਾਰੇ ਹੀਰੋ ਡਿਸਓਨ ਕਰਨੇ ਪੈਣਗੇ। ਭਗਤ ਸਿੰਘ ਤੋਂ ਲੈ ਕੇ ਜਿੰਨੇ ਗਦਰੀ ਹੈਗੇ ਉਹ ਸਾਰੇ ਹੋ ਗਏ, ਜਾਂ ਹੋਰ ਬਹੁਤ ਸਾਰੇ ਹੋ ਗਏ। ਦੇਖੋ, ਪਹਿਲੀ ਗੱਲ ਤਾਂ ਇਹ, ਸਾਰੇ ਜਿੰਨੇ ਕਿਸਾਨ ਲੀਡਰ ਬੈਠੇ ਆ ਲੈਫਟ ਵਾਲੇ ਵੀ, ਸਾਰੇ ਸਿੱਖ ਪਰਿਵਾਰਾਂ 'ਚ ਜੰਮੇ ਹੋਏ ਆ। ਸਿੱਖ ਪਰਿਵਾਰਾਂ ਦੇ ਹੀ ਮੁੰਡੇ ਆ ਸਾਰੇ। ਉਹਦੇ 'ਚ ਕੋਈ ਗੱਲ ਨਹੀਂ। ਜਾਂ ਪੰਜਾਬ ਦੀ ਰਹਿ ਤਲਦੇ ਆ ਪੰਜਾਬੀ ਦੇ ਵਿੱਚ, ਪੰਜਾਬ ਦੇ ਵਿੱਚ ਜੇ ਕੋਈ ਸਿੱਖ ਨਹੀਂ ਵੀ, ਤਾਂ ਉਹਦੇ ਤੇ ਵੀ ਸਿੱਖੀ ਦਾ ਹੀ ਅਸਰ ਹੈ। ਤੇ ਇਹ ਪੰਜਾਬ ਤਾਂ ਬਸਦਾ ਗੁਰਾਂ ਦੇ ਨਾਂ ਤੇ ਆ। ਇਸ ਕਰਕੇ ਇਹ ਸਾਰੇ ਅਸੀਂ ਕਿਵੇਂ ਕਹਿ ਦਈਏ ਵੀ ਇਹ ਲੈਫਟ 'ਚ ਆ ਗਏ ਤਾਂ ਇਹਨਾਂ ਨੂੰ ਸਿੱਖੀ ਦਾ ਪਤਾ ਨਹੀਂ। ਜਿੰਨਾ ਕੋ ਗਲਤੀਆਂ ਕਰਦੇ ਆ, ਲੈਫਟ ਵਾਲੇ ਵੀ ਗਲਤੀਆਂ ਕਰ ਰਹੇ ਆ। ਜਿਵੇਂ ਹੁਣ ਬੋਲੇ ਸੌ ਨਿਹਾਲ ਨਹੀਂ ਕਹਿਣ ਦਿੱਤਾ ਸੀ, ਹੁਣ ਕਹਿਣ ਦਿੱਤਾ। ਹਾਂ, ਅਰਦਾਸ ਨਹੀਂ ਸੀ ਕਰਨ ਦਿੰਦੇ, ਹੁਣ ਅਰਦਾਸ ਹੋ ਗਈ, ਸਾਰਾ ਕੁਝ। ਉਹ ਸੁਧਾਰ ਰਹੇ। ਅਸੀਂ ਵੀ ਇੱਧਰਲੇ ਪਾਸੇ ਵੀ ਸੁਧਾਰਨਾ ਚਾਹੀਦਾ। ਉਹਨਾਂ 'ਚ ਹਜੇ ਵੀ ਗਲਤੀਆਂ ਹੈਗੀਆਂ। ਐਵੇਂ ਖਾਲਿਸਤਾਨ ਦੇ ਵਿਰੁੱਧ ਕਰਕੇ ਸਾਰਾ ਕੁਝ ਕਰੀ ਜਾਂਦੇ। ਨਾ ਕੋਈ ਖਾਲਿਸਤਾਨ ਦੀ ਗੱਲ ਹੈ ਇੱਥੇ, ਨਾ ਕੁਝ ਹੈ।
ਤੇ ਇਸ ਕਰਕੇ ਸਾਨੂੰ ਉਹਨਾਂ ਨੇ ਵੀ ਗਲਤੀਆਂ ਕਰ ਰਿਹਾ, ਇਹ ਵੀ ਕਰ ਰਿਹਾ, ਇੱਕ ਦੂਜੇ ਦੀਆਂ ਗਲਤੀਆਂ ਕਰਕੇ ਇਹ ਆਪਸ ਵਿੱਚ ਦੀ ਪਾੜ ਜਿਵੇਂ ਇੱਕ ਪੱਖ ਕਹਿੰਦਾ ਹੈ ਕਿ ਜੋ 26 ਨੂੰ ਹੋਇਆ ਜਾਂ ਦੀਪ ਸਿੱਧੂ ਜਿਸ ਦਿਨ ਸੀ ਕਿ ਝੰਡਾ ਉੱਥੇ ਲਹਿਰਾਇਆ ਗਿਆ, ਉਹਨੂੰ ਓਨ ਕਰ ਲੈਣਾ ਚਾਹੀਦਾ ਸੀ, ਉਹਨੂੰ ਮੰਨ ਲੈਣਾ ਚਾਹੀਦਾ ਸੀਗਾ ਜਥੇਬੰਦੀਆਂ ਨੂੰ ਵੀ ਇਹ ਸਾਡੇ ਮੁੰਡਿਆਂ ਨੇ ਕੀਤਾ। ਕੀ ਇਹਦੇ ਨਾਲ ਮਸਲਾ ਹੱਲ ਹੋ ਜਾਂਦਾ? ਦੇਖੋ ਜਥੇਬੰਦੀਆਂ ਨਹੀਂ ਓਨ ਕਰਨਗੀਆਂ, ਜਥੇਬੰਦੀਆਂ ਦਾ ਸ਼ਾਂਤਮਈ ਸੰਘਰਸ਼ ਕਰਕੇ ਇੱਥੋਂ ਤੱਕ ਚੜ੍ਹੀਆਂ। ਜਿੱਦਣ ਸ਼ਾਂਤਮਈ ਸੰਘਰਸ਼ ਤੋਂ ਮਾੜਾ ਜਿਹਾ ਪਾਸੇ ਹੋ ਗਿਆ, ਸਰਕਾਰ ਤਾਂ ਉਦੋਂ ਹੀ ਫੌਜ ਪੁਲਿਸ ਵਰਤੋਂ ਕਰ ਲੂਗੀ। ਉਹ ਤਾਂ ਬਚ ਹੀ ਨਹੀਂ ਸਕਦੇ, 2 ਦਿਨ ਨਹੀਂ ਉੱਥੇ ਬੈਠ ਸਕਦੇ। ਉਹ ਕਰਕੇ ਦੇਖਣ ਇੱਕ ਦਿਨ ਇਹ ਹਿੰਸਾ ਵਾਲੀ ਗੱਲ ਪਾਸੇ ਆ ਕੇ ਦੇਖਣ, ਉਹ ਤਾਂ ਡਿਸਓਨ ਹੀ ਕਰਨਗੀਆਂ। ਓਨ ਤਾਂ ਕਰਨਾ ਚਾਹੀਦਾ ਸੀ ਪੰਥਕ ਜਥੇਬੰਦੀਆਂ ਨੂੰ, ਜਿਹਨੇ ਕਿਹਾ ਵੀ ਸਾਡੇ ਮੁੰਡੇ ਜੋਸ਼ 'ਚ ਗਏ ਆ, ਤੇ ਹਾਂ ਗਏ ਆ ਜੀ। ਉੱਥੇ ਬੈਠ ਕੇ ਜਿਹੜੇ ਸਾਡੇ ਪੂਰੇ ਕਈ ਸਿੱਖ ਹੈ ਤੇ ਉਹਨਾਂ ਨੂੰ ਕਹਿਣਾ ਚਾਹੀਦਾ ਸੀ ਹਾਂ ਜੀ ਗਏ ਆ, ਕੀ ਗਲਤ ਗੱਲ ਹੋ ਗਈ ਹੈ। ਇੱਥੇ ਬਘੇਲ ਸਿੰਘ ਗਿਆ ਸੀਗਾ 1783 ਦੇ ਵਿੱਚ, ਅਸੀਂ ਆ ਗਏ ਹਾਂ ਦੁਬਾਰਾ। ਜਾਂ ਇੱਥੇ 1914 ਵਿੱਚ ਨਿਸ਼ਾਨ ਸਾਹਿਬ ਝੁੱਲਿਆ ਗਿਆ ਲਾਲ ਕਿਲੇ ਤੇ 2014 ਦੇ ਵਿੱਚ ਵੀ, ਤੇ ਉਦੋਂ ਪਿੱਛੋਂ ਹਰ ਸਾਲ ਅਸੀਂ ਮਨਾਉਣੇ ਸੀ। ਤੇ ਕੀ ਮਾੜੀ ਗੱਲ ਹੋ ਗਈ, ਓਪਨਲੀ ਕਹਿੰਦੇ, ਚੁੱਪ ਹੀ ਕਰਕੇ ਦਾੜੀ ਵੱਟ ਗਿਆ। ਈਵਨ ਪੋਸਟਾਂ ਆਪਦੀਆਂ ਡਿਲੀਟ ਕਰਕੇ ਬਹੁਤ ਹਾਂ, ਪੋਸਟਾਂ ਡਿਲੀਟ ਕਰਕੇ। ਤੁਹਾਨੂੰ ਲੱਗਦਾ ਨਹੀਂ ਇਹ ਭਗੌੜੇ ਹੋ ਗਏ ਅੱਜ? ਪੋਸਟਾਂ ਕਿਉਂ ਡਿਲੀਟ ਕੀਤੀਆਂ? ਜਿਹੜੇ ਕਹਿੰਦੇ ਸੀਗੇ ਸਭ ਤੋਂ ਜ਼ਿਆਦਾ ਇਹ ਪੋਸਟ ਪਾਈ ਪਹਿਲਾਂ ਵੀ ਅਸੀਂ ਜਿਹੜਾ ਕਹਿੰਦੇ ਆ ਉਹ ਕਰਕੇ ਦਿਖਾਉਣੇ ਆ, ਪਿੱਛੋਂ ਪੋਸਟ ਵੀ ਡਿਲੀਟ ਕਰਤੀ। ਇਹ ਜਿਹੜੀ ਡੁਪਲੀਕੇਸੀ, ਇਸੇ ਕਰਕੇ ਤਾਂ ਲੋਕ ਨਹੀਂ ਮਗਰ ਲੱਗਦੇ। ਤੁਸੀਂ ਓਨ ਕਰੋ ਹਾਂ ਵੀ ਅਸੀਂ ਗਏ ਆ, ਅਸੀਂ ਸਾਡਾ ਸਿੱਖਾਂ ਦਾ ਰਾਈਟ ਹੈ। ਅਸੀਂ ਸਭ ਤੋਂ ਪਹਿਲਾਂ ਜੇ ਕਿਤੇ ਇੰਡੀਆ ਦੇ ਵਿੱਚੋਂ ਮੁਗਲ ਬਾਦਸ਼ਾਹ ਦੇ ਅਗੇਂਸਟ ਕੋਈ ਵੱਡੀ ਫਤਿਹ ਕੀਤੀ ਸੀ ਤੇ ਉਹ ਬਘੇਲ ਸਿੰਘ ਨੇ ਕੀਤੀ ਤੇ ਸਿੱਖਾਂ ਨੇ ਕੀਤੀ ਸੀ। ਮੰਨ ਕੇ ਚੱਲੋ। ਫਿਰ ਉੱਥੋਂ ਤੁਸੀਂ ਭੱਜੇ ਹੋਣੇ ਹੋ, ਉੱਥੋਂ ਤੁਸੀਂ ਘਬਰਾ ਗਏ, ਉੱਥੋਂ ਤੁਸੀਂ ਸਫਾਈਆਂ ਦੇਣ ਲੱਗ ਗਏ। ਜਥੇਬੰਦੀਆਂ ਜਥੇਬੰਦੀਆਂ ਨੂੰ ਇੱਕ ਇਹ ਵੀ ਮੰਗ ਉੱਠ ਰਹੀ ਹੈ ਕਿ ਦੀਪ ਸਿੱਧੂ ਦੇ ਲਈ ਜਥੇਬੰਦੀਆਂ ਬੋਲਣ, ਔਰ ਬਾਕੀ ਸਾਰੇ ਖੈਰ ਨੌਜਵਾਨਾਂ ਦੇ ਲਈ ਤਾਂ ਜਥੇਬੰਦੀਆਂ ਨੇ ਇੱਕ ਲੀਗਲ ਟੀਮ ਬਣਾਈ ਹੈ, ਦੀਪ ਸਿੱਧੂ ਲਈ ਵੀ ਜਥੇਬੰਦੀਆਂ ਬੋਲਣ। ਕੀ ਇਹ ਜਥੇਬੰਦੀਆਂ ਦੇ ਲਈ ਪੋਸੀਬਲ ਹੈ? ਦੇਖੋ ਮੈਂ ਤਾਂ ਦੀਪ ਸਿੱਧੂ ਐਡਾ ਛੋਟਾ ਪਾਤਰ ਹੈ, ਮੈਂ ਉਹਦੇ ਬਾਰੇ ਗੱਲ ਹੀ ਨਹੀਂ ਕਰਨਾ ਚਾਹੁੰਦਾ। ਐਡੇ ਛੋਟੇ ਪਾਤਰ ਦੇ ਖਾਤਰ ਘੁਮਾਈ ਜਾਓ ਸਾਰੀ ਗੱਲ ਨੂੰ, ਐਡੀ ਵੱਡੀ ਨੂੰ ਮੈਂ ਨਹੀਂ ਕਹਿਣਾ ਚਾਹੁੰਦਾ। ਉਹ ਆਪਣੇ ਆਪ 'ਚ ਮੈਂ ਕੋਈ ਨੌਨ ਐਂਟੀਟੀ ਸਮਝਦਾ, ਉਹਦੇ ਬਾਰੇ ਮੈਂ ਗੱਲ ਹੀ ਨਹੀਂ ਕਰਨਾ ਚਾਹੁੰਦਾ। ਇਹ ਇਸ਼ੂ, ਇਹ ਸਵਾਲ ਦਾ ਮੇਰੇ ਕੋਲ ਕੋਈ ਜਵਾਬ ਨਹੀਂ, ਕਿਉਂਕਿ ਮੈਨੂੰ ਬਹੁਤ ਛੋਟਾ ਲੱਗਦਾ। ਐਵੇਂ ਘਮਾਉਣ ਵਾਲਾ, ਲੋਕਾਂ ਨੂੰ ਚੱਕਰ 'ਚ ਪਾਉਣ ਵਾਲਾ ਗੱਲਬਾਤ ਹੈ ਇਹ। ਉਹ ਜਾਣੇ ਸਾਰੇ ਜਾਣਨ ਸਾਨੂੰ। ਜਿੰਨਾ ਇਹ ਡਿਸਕੋਰਸ ਖੜਾ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਤਾਂ ਦੀਪ ਸਿੱਧੂ ਦੇ ਨਾਂ ਤੇ ਹੋ ਰਹੀ ਹੈ, ਇਹ ਸਾਰਾ ਫੇਕ ਲੱਗਦਾ ਤੁਹਾਨੂੰ? ਸਾਰਾ ਹੀ ਕੁਛ, ਜਦੋਂ ਬੰਦਾ ਹੀ ਜਿਹੜਾ ਭੱਜ ਗਿਆ, ਛੁਪ ਗਿਆ, ਸਾਰਾ ਕੁਛ ਉੱਥੇ ਜਾ ਕੇ ਇੰਟਰਵਿਊ ਦੇ ਕੇ ਉਹਨੂੰ ਸਟੈਂਡ ਕਰਨਾ ਚਾਹੀਦਾ ਸੀ। ਉੱਥੇ ਤਾਂ ਕਹਿਣਾ ਚਾਹੀਦਾ ਸੀ ਹਾਂ ਮੈਂ ਇੱਥੋਂ ਤੇ ਇੰਟਰਵਿਊ ਦਿੱਤੀ ਹੈ ਤੇ ਕੀ ਗਲਤ ਗੱਲ ਹੈ। ਹੁਣ ਵੀ ਕਹੀ ਜਾਂਦੇ ਆ, ਇਹਦੇ 'ਚ ਕੋਈ ਸ਼ੱਕ ਨਹੀਂ। ਕੇਂਦਰੀ ਜਿਹੜਾ ਤਿਰੰਗਾ ਉਹਦਾ ਕੋਈ ਬੇਹਰਮਤੀ ਨਹੀਂ ਹੋਈ, ਕਿਸੇ ਨੇ ਕੁਝ ਨਹੀਂ ਨੁਕਸਾਨ ਕੀਤਾ। ਨਿਸ਼ਾਨ ਸਾਹਿਬ ਚਲਾਉਣਾ ਵੀ ਉੱਥੇ ਕੋਈ ਗਲਤ ਨਹੀਂ, ਜੋ ਝੁੱਲ ਰਹੇ ਆ ਪਹਿਲਾਂ ਹੀ ਉੱਥੇ। ਤੇ ਤੁਸੀਂ ਮੰਨ ਲਓ, ਉੱਥੇ ਜਾ ਕੇ ਦੀਪ ਸਿੱਧੂ ਹੀ ਮੰਨ ਲੈਂਦਾ, ਖੜ ਜਾਂਦਾ ਜਾ ਕੇ ਹਾਂ ਮੈਂ ਆਇਆ ਇੱਥੇ। ਗੱਲਾਂ ਵੱਡੀਆਂ ਨਾ ਕਰੋ, ਤੁਸੀਂ ਉਸ ਨੂੰ ਓਨ ਵੀ ਕਰੋ ਸਾਰਾ ਕੁਝ। ਫਿਰ ਇਸ ਕਰਕੇ ਇਹਦੇ ਬਾਰੇ ਮੈਂ ਨਹੀਂ ਕਰਨਾ ਚਾਹੁੰਦਾ ਗੱਲਬਾਤ, ਇਹ ਬਹੁਤ ਛੋਟੀ ਗੱਲ ਹੈ, ਮੈਂ ਇਹਦੇ 'ਚ ਨਹੀਂ ਉਲਝਣਾ ਚਾਹੁੰਦਾ। ਅੱਗੇ ਹੁਣ ਤੁਹਾਨੂੰ ਰਾਹ ਕੀ ਲੱਗਦਾ ਜੇ ਇਸੇ ਤਰ੍ਹਾਂ ਜਿਹੜੀ ਇਹ ਵੰਡ ਹੋਰ ਪਾਉਣ ਦੀ ਕੋਸ਼ਿਸ਼ ਹੁੰਦੀ ਰਹਿੰਦੀ ਹੈ, ਕਾਮਰੇਡ ਵਰਸਸ ਸਿੱਖ, ਤਾਂ ਕੀ ਇਹ ਸੰਘਰਸ਼ ਲੀ ਤੇ ਟਿਕਿਆ ਰਹੂਗਾ? ਜਾਂ ਕੱਲ੍ਹ ਵਾਲਾ ਮਹਾਪੰਚਾਇਤ ਵਾਲਾ ਇਕੱਠ ਦੇਖ ਕੇ ਤੁਹਾਨੂੰ ਲੱਗਦਾ ਹੈ ਵੀ ਇਹ ਸੰਘਰਸ਼ ਟਿਕਿਆ ਹੋਇਆ ਹਲੇ ਵੀ? ਦੇਖੋ ਇਹ ਇੰਨਾ ਕੰਪਲੈਕਸ ਇਸ਼ੂ ਹੈ ਤੇ ਇਹਦੇ ਤੇ ਮੈਂ ਕੋਈ ਜੱਜਮੈਂਟ ਨਹੀਂ ਪਾਸ ਕਰ ਸਕਦਾ, ਨਾ ਮੈਂ ਕੋਈ ਫਿਊਚਰ ਦੀ ਇਸ ਕਿਸਮ ਦੀ ਪ੍ਰੈਡਿਕਟ ਕਰ ਸਕਦਾ। ਕੱਲ ਨੂੰ ਛੋਟਾ ਜਿਹਾ ਹੋਰ ਇਸ਼ੂ ਹੋ ਜਾਏ, ਕਿੱਧਰ ਦੀ ਕਿੱਧਰ ਗੱਲ ਜਾ ਵੜਦੀ ਆ। ਬੜਾ ਕੰਪਲੈਕਸ ਇਸ਼ੂ ਹੈ, ਬੜਾ ਗੁੰਝਲਦਾਰ ਹੈ ਇਹ ਸਾਰਾ ਕੁਝ। ਇਹਦੇ ਤੇ ਮੈਂ ਕੋਈ ਆਪਣਾ ਇਸ ਕਿਸਮ ਦੀ ਪ੍ਰੈਡਿਕਸ਼ਨ ਨਹੀਂ ਦੇ ਸਕਦਾ, ਕਿਉਂਕਿ ਪਤਾ ਨਹੀਂ ਕੱਲ ਨੂੰ ਕੀ ਹੋ ਜਾਏ। ਪਰ ਇੰਨਾ ਹੀ ਇਹੀ ਉਮੀਦ ਰੱਖਦਾ ਵੀ ਇਹ ਚੱਲਦਾ ਰਹੇ। ਸੰਘਰਸ਼ ਬਹੁਤ ਵੱਡਾ ਹੈ ਤੇ ਅਸੀਂ ਸਾਰੇ ਇਹਦੀ ਸਪੋਰਟ ਕਰਦੇ ਰਹੀਏ ਤੇ ਸਿੱਖਾਂ ਦੇ ਹਰ ਇੱਕ ਵਿਚਾਰਵਾਨ ਬੰਦੇ ਨੂੰ ਇਮਾਨਦਾਰੀ ਤੇ ਲੈਵਲ ਉੱਤੇ ਇਹਦੀ ਸਪੋਰਟ ਕਰਨੀ ਚਾਹੀਦੀ ਹੈ। ਬਹੁਤ ਸ਼ੁਕਰੀਆ ਸਿੱਧੂ ਸਾਹਿਬ। ਇਹ ਸਨ ਜਸਪਾਲ ਸਿੰਘ ਸਿੱਧੂ, ਬੜੇ ਸੀਨੀਅਰ ਪੱਤਰਕਾਰ ਨੇ ਔਰ ਸਿੱਖ ਸੰਘਰਸ਼ ਤੇ 1984 ਦੇ ਵੇਲੇ ਬੜਾ ਕੰਮ ਕੀਤਾ ਇਹਨਾਂ ਨੇ। ਹੁਣ ਇਸ ਵਕਤ ਅਜਿਹੇ ਚਿੰਤਕਾਂ ਦੀ ਲੋੜ ਇਸ ਕਰਕੇ ਮਹਿਸੂਸ ਹੋ ਰਹੀ ਹੈ ਕਿਉਂਕਿ ਕਿਸਾਨੀ ਸੰਘਰਸ਼ ਦੇ ਵਿੱਚ ਇੱਕ ਵੱਡਾ ਜਿਹੜਾ ਨੈਰੇਟਿਵ ਆ ਕਾਮਰੇਡ ਵਰਸਸ ਸਿੱਖ ਕਰਕੇ ਇਸ ਸੰਘਰਸ਼ ਨੂੰ ਬਿਲਕੁਲ ਚਾਕੂ ਮਾਰ ਕੇ ਵਿਚਾਲਿਓਂ ਵੱਢਣ ਦੀ ਕੋਸ਼ਿਸ਼ ਹੋ ਰਹੀ ਹੈ। ਲੋਕਾਂ ਨੂੰ ਅੱਧ ਵਿਚਾਲੇ, ਅੱਧੇ ਇੱਧਰ ਤੇ ਅੱਧੇ ਇੱਧਰ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਉਹਦੇ ਨਾਲ ਹੋਣਾ ਸਿਰਫ ਇਹ ਹੈ, ਬਹੁਤ ਸਾਰੇ ਚਿੰਤਕ ਇਹ ਕਹਿੰਦੇ ਆ, ਵਿਦਵਾਨ ਸਿੱਖ ਵਿਦਵਾਨ ਵੀ ਇਹ ਕਹਿੰਦੇ ਆ, ਜਸਪਾਲ ਸਿੰਘ ਸਿੱਧੂ ਬੜੇ ਮਸ਼ਹੂਰ ਸਿੱਖ ਵਿਦਵਾਨ ਨੇ, ਉਹਨਾਂ ਦਾ ਵੀ ਇਹ ਕਹਿਣਾ ਹੈ ਕਿ ਇਹਦੇ ਨਾਲ ਹੋਣਾ ਕੁਛ ਨਹੀਂ, ਕਿਸਾਨੀ ਅੰਦੋਲਨ ਨੂੰ ਨੁਕਸਾਨ ਹੋਊਗਾ। ਬਾਕੀ ਸਾਰੀਆਂ ਗੱਲਾਂ ਬਾਅਦ 'ਚ ਵਿੱਚ ਸੋਚੀਆਂ ਤੇ ਵਿਚਾਰੀਆਂ ਜਾ ਸਕਦੀਆਂ ਨੇ। ਕੈਮਰਾਮੈਨ ਸੂਰਜ ਰਾਜਪੂਤ ਦੇ ਨਾਲ ਗੁਰਪ੍ਰੀਤ ਸਿੰਘ, ਜਗਬਾਣੀ, ਚੰਡੀਗੜ੍ਹ।